ਹਸਬੈਂਡ ਤੁਹਾਡੇ ਜਿਹੜੇ ਪਤੀ ਕਦੋਂ ਘਰੋਂ ਗਏ ਸੀਗੇ ਔਰ ਅੱਜ ਕਿੰਨੇ ਦਿਨ ਹੋ ਗਏ ਉਹਨਾਂ ਦਾ ਕੁਝ ਨਹੀਂ ਪਤਾ ਲੱਗ ਰਿਹਾ। 12 ਤਰੀਕ ਨੂੰ ਗਏ 8:15 ਵਜੇ ਘਰੋਂ ਗਏ। ਹਾਂਜੀ ਕੀ ਕਹਿ ਕੇ ਗਏ ਸੀ, ਕਿੱਥੇ ਚੱਲਣੇ, ਕੋਈ ਗੱਲਬਾਤ ਹੋਈ ਸੀ? ਗੱਲਬਾਤ ਇਹੋ ਆਂਦਾ ਸੀ ਮੈਂ ਧਰਨੇ ਤੇ ਜਾਣਾ ਵਾ ਤੇ ਅਸੀਂ ਰੋਕਦੇ ਸੀ ਭਈ ਕੀ ਖਾਣਾ ਮਗਰੋਂ ਤੇ ਉਹਨਾਂ ਸਾਡੀ ਮੰਨੀ ਨਹੀਂ ਤੇ ਘਰੋਂ ਚੱਲ ਗਏ, ਸਾਨੂੰ ਦੱਸ ਕੇ ਨਹੀਂ ਗਏ ਚੱਜ ਨਾਲ ਤੇ ਗਏ ਧਰਨੇ ਤੇ। ਤੇ ਸਖੋਵਾਲ ਪਿੰਡ ਦੀ ਟਰਾਲੀ ਉੱਤੇ ਹੋ ਗਿਆ ਮੌਜੂਦ। ਸਾਨੂੰ ਫਿਰ ਫਤਿਹਗੜ੍ਹ ਮਿਲੇ ਸਵੇਰੇ ਤੇ ਅਸੀਂ ਘਰ ਦੇ ਵਾਕਿਆ ਵੀ ਲੱਭੋ ਉਹਨਾਂ ਨੂੰ। ਉਹ ਆ ਗਿਆ ਪੰਜਾਬ ਦਿੱਲੀ ਤੋਂ, ਤੇ ਦਿੱਲੀ ਤੋਂ ਆਣ ਕੇ ਉੱਥੇ ਇਹਨਾਂ ਕੋਲ ਮੁੜ ਕੇ ਵਾਪਸ ਆਉਣ ਨਹੀਂ ਦਿੱਤਾ ਇਹਨੂੰ। ਤੇ ਉਸ ਤੋਂ ਬਾਅਦ ਮਾਤਾ ਗਈ ਆ ਸਖੋਵਾਲ। ਉੱਥੋਂ ਦੇ ਕਿਸਾਨ ਯੂਨੀਅਨ ਦੇ ਜਿਹੜੇ ਮੈਂਬਰ ਆ ਉਹਨਾਂ ਨੇ ਵੀਡੀਓ ਪਾ ਕੇ ਤੇ ਉਹਨਾਂ ਨੇ ਫਿਰ ਭਾਲ ਕਰਕੇ ਦਿੱਤੀ ਆ ਕਿ ਮਰੇਸ਼ ਪਿੰਡ ਦਾ ਗੁਰਦਿਆਲ ਸਿੰਘ ਫੌਜੀ ਉਹਦੇ ਘਰ ਵਿੱਚ ਇਹ ਬੰਦਾ ਜਿਹੜਾ ਵੀ ਰਹਿ ਰਿਹਾ ਸੀ ਤੇ ਉਹਦੇ ਘਰ ਹੀ ਵੀ ਕੰਮ ਕਰਦਾ ਸੀ, ਉਹਦੇ ਘਰ ਹੀ ਉਹ ਸੌਂਦਾ ਸੀ, ਉਹਦੇ ਘਰ ਹੀ ਉਹ ਰਹਿੰਦਾ ਸੀ। ਅੱਛਾ, ਕੀ ਲੱਗਦਾ ਤੁਹਾਨੂੰ ਉਸ ਬੰਦੇ ਦੇ ਵੱਲੋਂ ਇੱਕ ਭੋਲੇ ਭਾਲੇ ਕਿਸਾਨ ਨੂੰ ਗੱਲਾਂ ਦੇ ਵਿੱਚ ਲੈ ਕੇ ਮਜ਼ਦੂਰੀ ਕਰਵਾਈ ਗਈ? ਲੱਗਦਾ ਤੁਹਾਨੂੰ ਇਦਾਂ ਦਾ ਕੁਝ ਸੀਗਾ, ਦੇਖਿਆ ਵੀ ਹੋਊਗਾ ਘਰੇ ਜਾ ਕੇ ਕੁਝ? ਘਰੇ ਤੇ ਉਹਦੇ ਘਰ ਰਾਜ ਮਿਸਤਰੀ ਦਾ ਜਿਹੜਾ ਮਿਸਤਰੀ ਦਾ ਕੰਮ ਉਸ ਨੇ ਕੀਤਾ ਵਾ। ਜਿੰਨਾ ਵੀ ਰਾਜ ਮਿਸਤਰੀ ਦਾ ਕੰਮ ਉਹਦੇ ਘਰ ਚੱਲਣ ਡਿਆ ਉਹ ਕਰਦਾ ਰਿਹਾ। ਉਹਨੇ ਹੁਣ ਉਹਨੂੰ ਪਿਆਰ ਨਾਲ ਕਹਿ ਕੇ ਜਾਂ ਭੋਲੇਪਨ ਦਾ ਫਾਇਦਾ ਉਠਾ ਕੇ ਕਰਵਾਇਆ ਵਾ, ਕਿਸ ਤਰ੍ਹਾਂ ਕਰਾਇਆ ਤੇ ਉਹ ਜਾਣਦਾ ਵਾ ਵੀ ਕਿੱਦਾਂ ਕਰਵਾਇਆ ਉਹਨੇ। ਇਹ ਬਜ਼ੁਰਗ ਮਾਤਾ ਤੇ ਨਾਲ ਉਹਨਾਂ ਦੀ ਪਤਨੀ ਸੁਖਵਿੰਦਰ ਕੌਰ ਅੱਜ ਇਹ ਹੰਝੂ ਆਪਣੇ ਨੂੰ ਮਿਲਣ ਦੇ ਲਈ ਨੇ। ਲਗਾਤਾਰ ਮਿੰਨਤਾਂ ਤਰਲੇ ਕੀਤੇ ਜਾ ਰਹੇ ਨੇ ਵੀ ਕੋਈ ਸਾਡੇ ਮਾਂ ਕਹਿੰਦੀ ਹੈ ਮੇਰੇ ਪੁੱਤ ਨੂੰ ਮੋੜ ਕੇ ਘਰ ਲਿਆਵੇ, ਤਾਂ ਪਤਨੀ ਕਹਿੰਦੀ ਹੈ ਮੇਰਾ ਪਤੀ ਪਰਿਵਾਰ ਦੇ ਵਿੱਚ ਉਹੀ ਕਮਾਉਂਦਾ ਸੀ, ਦਿਹਾੜੀ ਮਜ਼ਦੂਰੀ ਕਰਦਾ ਹੈ ਔਰ मैं क्या मेरा बेटा कितने आंधी साढ़े कोल रह के गया, मैंने भैन बनाया तो मैं क्या हूँ कितने आंधी छड्ड आए वो जो वीडियो गई आ उदों इन्हें बंदा लगा लिया। वीडियो गई उतों। ਤੁਸੀਂ ਕੀ ਮੰਗ ਕਰਦੇ ਹੋ ਮਾਤਾ ਜੀ ਹੁਣ, ਕਿਉਂਕਿ ਤੁਸੀਂ ਬਹੁਤ ਦਿਨ ਹੋ ਗਏ, ਮੈਨੂੰ ਲੱਗਦਾ ਵੀ ਪਰੇਸ਼ਾਨੀ ਦੇ ਵਿੱਚ ਹੈ ਸਾਰਾ ਪਰਿਵਾਰ, ਥਾਣਿਆਂ ਦੇ ਚੱਕਰ ਵੀ ਲਗਾ ਲਏ, ਪੁਲਿਸ ਨੂੰ ਵੀ ਦੱਸਿਆ ਸੀ? ਜਦੋਂ ਲੱਭਦਾ ਨਹੀਂ ਸੀ ਫਿਰ ਉਹਨਾਂ ਨੂੰ ਵੀ ਆਖਿਆ ਸਾਡਾ ਬੇਟਾ ਜਿਹੜਾ ਵੀ ਲਾਪਤਾ ਹੋਇਆ ਵਾ। ਮੰਗ ਕੀ ਕਰਦੇ ਹੋ ਤੁਸੀਂ, ਕੀ ਅਪੀਲ ਕਰਦੇ ਹੋ, ਕੀ ਬੇਨਤੀ ਕਰਦੇ ਹੋ? ਅਸੀਂ ਇਹੋ ਆਨੇ ਸਾਡਾ ਬੱਚਾ ਘਰ ਆਵੇ, ਸਾਨੂੰ ਕਮਾ ਕੇ ਖਵਾਲੇ, ਅਸੀਂ ਬਜ਼ੁਰਗ ਹਾਂ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲਗਾਈ ਬੈਠੇ ਨੇ ਤਾਂ ਬਹੁਤ ਸਾਰੇ ਕਿਸਾਨ ਪੰਜਾਬ ਤੋਂ ਇਸ ਕਿਸਾਨੀ ਦੇ ਦਰਦ ਨੂੰ ਸਮਝ ਕੇ ਇਸ ਘੋਲ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਪਹੁੰਚੇ। ਪਰ ਇਹਨਾਂ ਦੇ ਵਿੱਚੋਂ ਹੀ ਇੱਕ ਬਜ਼ੁਰਗ ਕਿਸਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੁਗਾਵਾਂ ਦਾ ਰਹਿਣ ਵਾਲਾ ਸੀਗਾ, ਜੋ ਘਰੋਂ ਕਿਸਾਨੀ ਸੰਘਰਸ਼ ਦੇ ਵਿੱਚ ਦਿੱਲੀ ਹਿੱਸਾ ਲੈਣ ਦੇ ਲਈ ਗਿਆ। ਪਰਿਵਾਰ ਨੇ ਰੋਕਿਆ ਪਰ ਬਾਵਜੂਦ ਇਸ ਦੇ ਕਹਿੰਦੇ ਨੇ ਵੀ ਮਰਲਾ ਵੀ ਜ਼ਮੀਨ ਨਹੀਂ ਹੈ, ਪਰ ਕਿਸਾਨੀ ਦਾ ਦਰਦ ਇੰਨਾ ਸੀਗਾ, ਇੰਨਾ ਦਿਲ ਦੇ ਵਿੱਚ ਉਹ ਦੁੱਖ ਸੀਗਾ ਕਿ ਉਹ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਪਰ ਅੱਜ ਤੱਕ ਉਸ ਕਿਸਾਨ ਦਾ ਪਰਿਵਾਰ ਨੂੰ ਕੋਈ ਉਗ ਸੁਗ ਨਹੀਂ ਲੱਗ ਰਹੀ। ਹਾਲਾਂਕਿ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵਿੱਚੋਂ ਨਿਕਲ ਕੇ ਆ ਰਹੀਆਂ ਨੇ ਵੀ ਉਸ ਬਜ਼ੁਰਗ ਕਿਸਾਨ ਨੂੰ, ਉਸ ਭੋਲੇ ਭਾਲੇ ਕਿਸਾਨ ਨੂੰ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀਗਾ, ਉਸ ਨੂੰ ਕਿਸੇ ਸ਼ਖਸ ਦੇ ਵੱਲੋਂ ਅਗਵਾ ਕਰਕੇ, ਮਾਫ ਕਰਨਾ, ਉਸ ਨੂੰ ਨਾਲ ਲੈਂਦਾ ਗਿਆ ਆਪਣੇ ਘਰੇ ਔਰ ਉੱਥੇ ਬੰਦੂਆ ਮਜ਼ਦੂਰੀ ਤੱਕ ਕਰਵਾਈ ਗਈ। ਇੱਦਾਂ ਦੇ ਇਲਜ਼ਾਮ ਇੱਕ ਕਿ ਜਿਹੜੇ ਉਸ ਧਰਨੇ ਦੇ ਵਿੱਚ ਪੰਜਾਬ ਦਾ ਹੀ ਕੋਈ ਸ਼ਖਸ ਮਿਲਿਆ ਪਰਿਵਾਰ ਉਸ ਬਜ਼ੁਰਗ ਨੂੰ, ਸੁਰਿੰਦਰ ਸਿੰਘ ਨੂੰ, ਤਾਂ ਉਹ ਸੁਰਿੰਦਰ ਸਿੰਘ ਨੂੰ ਆਪਣੇ ਕਹਿੰਦੇ ਘਰ ਲੈ ਗਿਆ ਔਰ ਉੱਥੇ ਜਾ ਕੇ ਉਹਦੇ ਕੋਲੋਂ ਬੰਦੂਆ ਮਜ਼ਦੂਰੀ ਕਰਵਾ ਕੇ ਮਿਸਤਰੀ ਦਾ ਕੰਮ ਲਿਆ। ਪਰਿਵਾਰ ਸਾਡੇ ਨਾਲ ਹੈ। ਪਿਛਲੇ ਕਈ ਦਿਨਾਂ ਤੋਂ ਪਰਿਵਾਰ ਦੇ ਉੱਤੇ ਦੁੱਖ ਆਇਆ ਹੋਇਆ ਹੈ। ਲਗਾਤਾਰ ਥਾਂ ਥਾਂ ਦੇ ਉੱਤੇ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਥਾਣਿਆਂ ਦੇ ਚੱਕਰ ਲਗਾਏ ਜਾ ਰਹੇ ਨੇ, ਪਰ ਅਜੇ ਤੱਕ ਕੁਝ ਵੀ ਉਗ ਸੁਗ ਪਤਾ ਨਹੀਂ ਲੱਗ ਰਹੀ। ਸਾਡੇ ਨਾਲ
ਕਿਸਾਨ ਸੁਰਿੰਦਰ ਸਿੰਘ ਉਹਨਾਂ ਦੇ ਪਤਨੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਹੋਰ ਪਰਿਵਾਰਕ ਮੈਂਬਰ ਵੀ ਨਾਲ ਨੇ। ਮਾਤਾ ਜੀ ਕੀ ਨਾਂ ਤੁਹਾਡਾ ਜੀ? ਸੁਖਵਿੰਦਰ ਕੌਰ। ਹਸਬੈਂਡ ਤੁਹਾਡੇ ਜਿਹੜੇ ਪਤੀ ਕਦੋਂ ਘਰੋਂ ਗਏ ਸੀਗੇ ਔਰ ਅੱਜ ਕਿੰਨੇ ਦਿਨ ਹੋ ਗਏ ਉਹਨਾਂ ਦਾ ਕੁਝ ਨਹੀਂ ਪਤਾ ਲੱਗ ਰਿਹਾ? 12 ਤਰੀਕ ਨੂੰ ਗਏ, 8:15 ਵਜੇ ਘਰੋਂ ਗਏ। ਹਾਂਜੀ। ਕੀ ਕਹਿ ਕੇ ਗਏ ਸੀ, ਕਿੱਥੇ ਚੱਲੇ, ਕੋਈ ਗੱਲਬਾਤ ਹੋਈ ਸੀ? ਗੱਲਬਾਤ ਇਹੋ ਆਂਦਾ ਸੀ ਮੈਂ ਧਰਨੇ ਤੇ ਜਾਣਾ ਵਾ ਤੇ ਅਸੀਂ ਰੋਕਦੇ ਸੀ ਭਈ ਕੀ ਖਾਣਾ ਮਗਰੋਂ। ਤੇ ਉਹਨਾਂ ਸਾਡੀ ਮੰਨੀ ਨਹੀਂ ਤੇ ਘਰੋਂ ਚੱਲ ਗਏ, ਸਾਨੂੰ ਦੱਸ ਕੇ ਨਹੀਂ ਗਏ ਚੱਜ ਨਾਲ ਤੇ ਗਏ ਧਰਨੇ ਤੇ। ਅੱਛਾ, ਇੱਥੇ ਕੀ ਕੰਮ ਕਰਦੇ ਸੀ ਸੁਰਿੰਦਰ ਸਿੰਘ? ਰਾਜਗਿਰੀ ਦਾ ਕਰਦੇ ਸੀ, ਮਿਸਤਰੀ ਦਾ। ਉਹੀ ਕਮਾਉਂਦੇ ਸੀ, ਉਹੀ ਲਿਆ ਕੇ ਪਰਿਵਾਰ? ਉਹੀ ਕਮਾਉਨੇ। ਹਾਂਜੀ। ਜ਼ਮੀਨ ਵੀ ਹੈਗੀ ਆਪਣੀ? ਨਾ, ਜ਼ਮੀਨ ਨਹੀਂ ਹੈਗੀ। ਅੱਛਾ, ਇੱਕ ਵੀ ਮਰਲਾ ਜ਼ਮੀਨ ਨਹੀਂ, ਪਰ ਫਿਰ ਵੀ ਉਹਨਾਂ ਦੇ ਦਿਲ 'ਚ ਦਰਦ ਸੀਗਾ ਕਿਸਾਨੀ ਦਾ ਵੀ ਮੈਂ ਮੋਰਚੇ ਦੇ ਵਿੱਚ ਜਾਣਾ। ਹਾਂਜੀ। 2 ਦਿਨ ਪਹਿਲਾਂ ਆਂਦੇ ਰਹੇ ਮੈਂ ਜਾਣਾ ਤੇ ਅਸੀਂ ਰੋਕਦੇ ਹਾਂ ਵੀ ਅਸੀਂ ਕੀ ਖਾਣਾ ਘਰ। ਤੇ ਉਹ ਫਿਰ ਵੀ ਚੱਲ ਗਏ। ਫਿਰ ਕਿੱਦਾਂ ਪਤਾ ਲੱਗਾ ਵੀ ਉਹ ਦਿੱਲੀ ਧਰਨੇ ਦੇ ਵਿੱਚ ਪਹੁੰਚ ਗਏ ਨੇ? ਉੱਥੋਂ ਕੋਈ ਕਿਸੇ ਨੂੰ ਮਿਲੇ ਜਾਂ ਕੋਈ ਇਦਾਂ ਦਾ ਸੁਣਿਆ ਆਇਆ ਜਾਂ ਕਿਵੇਂ ਜਾਣਕਾਰੀ ਮਿਲੀ ਵੀ ਉਹ ਦਿੱਲੀ ਧਰਨੇ ਦੇ ਵਿੱਚ ਪਹੁੰਚੇ ਨੇ? ਉਹ ਸਾਡੇ ਪਿੰਡ ਦੇ ਵੀਰ ਭਰਾ ਗਏ, ਉਹਨਾਂ ਹੀ ਦੱਸਿਆ ਸਾਨੂੰ ਵੀ ਉਹ ਪਹੁੰਚ ਗਏ। ਅੱਛਾ। ਤੇ ਆਇਆਂ ਦਾ ਵੀ ਚਲੋ ਉਹਨਾਂ ਦੱਸਿਆ ਫਤਿਹਪੁਰ ਤੋੜੀ ਆਏ ਨਾਲ, ਮੁੜ ਕੇ ਨਹੀਂ ਸਾਨੂੰ ਪਤਾ ਲੱਗਾ। ਅੱਛਾ। ਹਾਂਜੀ। ਇਹ ਵੀਰ ਜੀ ਨਾਲ ਨੇ ਸਾਡੇ, ਇਹਨਾਂ ਨੂੰ ਵੀ ਉਹ ਉਸ ਧਰਨੇ ਦੇ ਵਿੱਚ ਮਿਲੇ ਸੀਗੇ। ਭਾਜੀ ਤੁਹਾਨੂੰ ਵੀ ਮਿਲੇ ਸੀ ਧਰਨੇ ਦੇ ਵਿੱਚ ਸੁਰਿੰਦਰ ਸਿੰਘ ਜੀ? ਸਾਨੂੰ ਜੀ 2 ਵਾਰੀ ਮਿਲਿਆ ਉਹ। ਪਹਿਲੇ ਦਿਨ ਅਸੀਂ ਮਿਲੇ ਆ, ਫਿਰ ਬਾਅਦ ਚ ਮਿਲਿਆ। ਤੂੰ ਆਂਦਾ ਵੀ ਮੈਂ ਆਪਣੇ ਪਿੰਡ ਚੱਲ ਜਾਣਾ, ਮੇਰਾ ਕੋਈ ਗੱਲਬਾਤ ਨਹੀਂ ਗਈ। ਉਹ ਫੌਜੀ ਦੇ ਨਾਲ ਹੀ ਉਹਨਾਂ ਨੇ ਇਦਾਂ ਕਰ ਕੇ ਉਹਨਾਂ ਨੇ ਮੈਂ ਸਾਡੇ ਨੂੰ ਅਲੱਗ ਹੋ ਗਿਆ ਤੇ ਮੁੜ ਕੇ ਉਹਨਾਂ ਨੇ ਆਖਿਆ ਵੀ ਅਸੀਂ ਚੱਲ ਜਾ। ਫਿਰ ਵੀ ਅਸੀਂ ਟਰਾਲੀ ਤੋਂ ਦਾ ਪੋਸਟ ਪੜਿਆ ਵੀ ਇਹ ਸਖੋਵਾਲ ਦੀ ਟਰਾਲੀ, ਹਾਂ ਘਰਦਿਆਂ ਨੂੰ ਆਣ ਕੇ ਦੱਸਤਾ। ਅੱਛਾ, ਉਸ ਸਖੋਵਾਲ ਦੀ ਟਰੈਲੀ ਸੀਗੀ, ਜ਼ਿਲ੍ਹਾ ਗੁਰਦਾਸਪੁਰ ਪਿੰਡ? ਜ਼ਿਲ੍ਹਾ ਗੁਰਦਾਸਪੁਰ ਤੋਂ। ਤੇ ਸਖੋਵਾਲ ਪਿੰਡ ਦੀ ਟਰਾਲੀ ਉੱਤੇ ਉਹ ਗਿਆ ਸੀ ਮੌਜੂਦ। ਸਾਨੂੰ ਫਿਰ ਫਤਿਹਗੜ੍ਹ ਮਿਲੇ ਸਵੇਰੇ ਤੇ ਅਸੀਂ ਘਰਦਿਆਂ ਆਖਿਆ ਵੀ ਲੱਭੋ ਉਹਨਾਂ ਨੂੰ, ਉਹ ਆ ਗਿਆ ਪੰਜਾਬ ਦਿੱਲੀ ਤੋਂ। ਅੱਛਾ। ਤੇ ਦਿੱਲੀ ਤੋਂ ਆਣ ਕੇ ਉੱਥੇ ਇਹਨਾਂ ਕੋਲ ਮੁੜ ਕੇ ਵਾਪਸ ਆਉਣ ਨਹੀਂ ਦਿੱਤਾ ਇਹਨਾਂ ਨੂੰ। ਕਿੰਨੇ ਕੁ ਦਿਨ ਤੁਸੀਂ ਫਿਰ ਭਾਲ ਕਰਦੇ ਰਹੇ ਜਦੋਂ ਇੱਥੋਂ ਚਲੇ ਗਏ? ਕਿਉਂਕਿ ਕੋਈ ਸੁਣਿਆ ਤਾਂ ਆਇਆ ਨਹੀਂ ਸੀਗਾ ਉੱਥੋਂ ਦਿੱਲੀ ਤੋਂ, ਜਦੋਂ ਪਿੰਡ ਦੇ ਲੋਕ ਗਏ ਉਦੋਂ ਪਤਾ ਲੱਗਾ ਹਨਾ। ਉਸ ਤੋਂ ਬਾਅਦ ਤੁਸੀਂ ਭਾਲ ਕਰਦੇ ਰਹੇ ਹੋਗੇ ਉਹਨਾਂ ਦੀ? ਕਰਦੇ ਰਹੇ ਅਸੀਂ, ਕਦੀ ਕਿਤੇ ਜਾਂਦੇ ਰਹੇ ਜੀ। ਹਾਂਜੀ। ਤੇ ਸਾਨੂੰ ਪਤਾ ਨਹੀਂ ਲੱਗਾ, ਲੱਭ ਕੇ ਆ ਜਾਂਦੇ ਰਹੇ, ਸਾਨੂੰ ਪਤਾ ਨਹੀਂ ਲੱਗਦਾ ਰਿਹਾ। ਪਤਾ ਲੱਗਦਾ ਤਾਂ ਫੇਰ ਹੀ ਸੀ। ਹਾਂਜੀ। ਭਾਈ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਮੈਂਬਰ ਪੰਚਾਇਤ ਨੇ ਪਿੰਡ ਤੋਂ, ਚੁਗਾਵਾਂ ਤੋਂ, ਤੁਹਾਡੇ ਤੋਂ ਜਾਣਨਾ ਚਾਹੂੰਗਾ ਇੱਕ ਵਾਰੀ ਇਹਨਾਂ ਦੀ ਪੂਰੀ ਕਹਾਣੀ ਤੁਸੀਂ ਵਿਸਤਾਰ ਦੇ ਵਿੱਚ ਦੱਸ ਦਿਓ। ਕੀ ਸੁਰਿੰਦਰ ਸਿੰਘ ਨੂੰ ਹੋਇਆ ਸੀਗਾ, ਕਿਵੇਂ ਘਰੋਂ ਗਏ ਸੀਗੇ ਔਰ ਕਿਵੇਂ ਉੱਥੇ ਜਾ ਕੇ ਲਾਪਤਾ ਹੋ ਗਏ? ਇਹਨਾਂ ਦਾ ਕਹਿਣਾ ਸੀ ਕਿ ਜਿਹੜਾ ਸੁਰਿੰਦਰ ਸਿੰਘ ਆ ਉਹ ਕਹਿੰਦਾ ਸੀ ਵੀ ਮੈਂ ਦਿੱਲੀ ਧਰਨੇ ਜਾਣਾ ਵਾ, ਤੇ ਇਹ ਰੋਕਦੇ ਸੀ ਉਹਨਾਂ ਨੂੰ। 2-3 ਦਿਨ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਇਹ ਗੱਲ ਚੱਲਦੀ ਰਹੀ ਆ, ਤੇ ਇਹ ਰੋਕਣ ਦੇ ਬਾਵਜੂਦ ਵੀ ਉਹ 18 ਤਰੀਕ ਨੂੰ ਘਰੋਂ ਦੱਸ ਕੇ ਨਹੀਂ ਗਿਆ। ਇਹਨਾਂ ਸੋਚਿਆ ਵੀ, ਇਹ ਕਹਿੰਦੇ ਵੀ ਅਸੀਂ ਸੋਚਿਆ ਵੀ ਕੰਮ ਤੇ ਗਿਆ, ਉਸ ਤੋਂ ਬਾਅਦ ਵਾਪਸ ਨਹੀਂ ਆਇਆ ਉਹ। ਉਸ ਤੋਂ ਬਾਅਦ ਇਹਨਾਂ ਨੇ ਭਾਲ ਕਰਨੀ ਸ਼ੁਰੂ ਕੀਤੀ ਤੇ ਬਾਅਦ ਦੇ ਵਿੱਚ 20 ਤਰੀਕ ਨੂੰ ਟਰਾਲੀ ਇੱਥੋਂ ਪਿੰਡੋਂ ਗਈ ਸਾਡੀ। ਇੱਥੋਂ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਇੱਥੋਂ ਗਏ ਦਿੱਲੀ ਧਰਨੇ ਦੇ ਵਿੱਚ, ਇਹਨਾਂ ਨੇ ਦੱਸਿਆ ਵੀ ਸੁਰਿੰਦਰ ਸਿੰਘ ਦਿੱਲੀ ਆ, ਤੇ ਇਹਨਾਂ ਫਿਰ ਭਾਲ ਕਰਨੀ ਛੱਡ ਦਿੱਤੀ ਵੀ ਦਿੱਲੀ ਆ, ਇਹਨਾਂ ਦੇ ਨਾਲ ਆ ਜਾਊਗਾ। ਜਦੋਂ ਉਹ ਟਰਾਲੀ 30 ਤਰੀਕ ਦੇ ਕਰੀਬ 29 ਨੂੰ ਵਾਪਸ ਆਈ ਆ ਫਿਰ ਦਿੱਲੀ ਧਰਨੇ ਦੇ ਵਿੱਚੋਂ, ਉਹਦੇ ਵਿੱਚ ਉਹ ਨਹੀਂ ਆਇਆ। ਜਦੋਂ ਇਹਨਾਂ ਨੇ ਪੁੱਛਿਆ ਤੇ ਉਹ ਕਹਿੰਦੇ ਵੀ ਉਹ ਕੋਈ ਸਖੋਵਾਲ ਦੀ ਟਰਾਲੀ ਫੌਜੀ ਆ ਕੋਈ, ਉਹਦੇ ਨਾਲ ਉਹ ਚਲੇ ਗਿਆ ਵਾ, ਉਹ ਉਹਦੇ ਨਾਲ ਹੀ ਰਹਿੰਦਾ ਸੀ, ਉਹਦੇ ਨਾਲ ਹੀ ਆ। ਤੇ ਫਤਿਹਗੜ੍ਹ ਤੱਕ ਉਹ ਸਾਡੇ ਨਾਲ ਆਈਆਂ ਟਰਾਲੀਆਂ, ਉੱਥੋਂ ਤੱਕ ਉਹ ਪੰਜਾਬ 'ਚ ਆ ਗਿਆ ਵਾ। ਅੱਛਾ, ਫਤਿਹਗੜ੍ਹ ਸਾਹਿਬ ਤੱਕ ਉਹ ਟਰਾਲੀ, ਉਹ ਜਿਹੜੇ ਫੌਜੀ ਦੀ ਗੱਲ ਕਰਦੇ ਹੋ ਗੁਰਦਿਆਲ ਸਿੰਘ ਜੀ ਦਾ ਨਾਂ ਲੈਂਦੇ, ਉਹਨਾਂ ਵੱਲੋਂ ਸਾਨੂੰ ਇਹ ਚੀਜ਼ ਦੱਸੀ ਗਈ। ਉਸ ਤੋਂ ਬਾਅਦ ਫਿਰ ਇਹ ਵੀ ਕਹਿੰਦੇ ਨੇ ਵੀ ਜੇ ਪੰਜਾਬ 'ਚ ਆ ਗਿਆ ਤਾਂ ਫਿਰ ਆ ਜਾਊਗਾ। ਤੇ ਚਲੋ ਕੋਈ ਏਡੀ ਵੱਡੀ ਨਹੀਂ ਨਾ ਵੀ ਗੱਲ ਕੀਤੀ ਵੀ ਚਲੋ ਆ ਹੀ ਜਾਊਗਾ ਹੁਣ ਵੀ ਪੰਜਾਬ 'ਚ ਆ ਗਿਆ ਵਾ। ਤੇ ਉਸ ਤੋਂ ਬਾਅਦ ਮਾਤਾ ਗਈ ਆ ਸਖੋਵਾਲ, ਤੇ ਉੱਥੋਂ ਦਿਆਂ ਕਿਸਾਨ ਯੂਨੀਅਨ ਦੇ ਜਿਹੜੇ ਮੈਂਬਰ ਆ ਉਹਨਾਂ ਨੇ ਵੀਡੀਓ ਪਾ ਕੇ ਦੇ, ਉਹਨਾਂ ਨੇ ਫਿਰ ਭਾਲ ਕਰਕੇ ਦਿੱਤੀ ਆ ਕਿ ਮਰੇਸ਼ ਪਿੰਡ ਦਾ ਗੁਰਦਿਆਲ ਸਿੰਘ ਫੌਜੀ, ਉਹਦੇ ਘਰ ਵਿੱਚ ਇਹ ਬੰਦਾ ਜਿਹੜਾ ਵੀ ਰਹਿ ਰਿਹਾ ਸੀ। ਅੱਛਾ। ਤੇ ਉਹਦੇ ਘਰ ਹੀ ਵੀ ਕੰਮ ਕਰਦਾ ਸੀ, ਉਹਦੇ ਘਰ ਹੀ ਉਹ ਸੌਂਦਾ ਸੀ, ਉਹਦੇ ਘਰ ਹੀ ਉਹ ਰਹਿੰਦਾ ਸੀ। ਫਿਰ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਇੱਥੋਂ ਪਿੰਡੋਂ ਗੱਡੀ ਖੜ੍ਹ ਕੇ ਅਸੀਂ ਵੀ ਨਾਲ ਗਏ ਹਾਂ। ਇੱਥੋਂ ਪਿੰਡ ਦੇ ਅਸੀਂ 6-7 ਮੈਂਬਰ ਵੀ ਆਪਣਾ ਵੀ ਉਹਦੇ ਵਿੱਚ ਗਏ ਹਾਂ, ਮਾਤਾ ਵੀ ਨਾਲ ਗਈ ਉਹਦੀ। ਉਹਨਾਂ ਨੂੰ ਅਸੀਂ ਕਿਹਾ, ਉਹਨਾਂ ਨੇ ਸਾਡੇ ਕੋਲ ਕਿਹਾ ਵੀ ਅਸੀਂ 2-4 ਦਿਨਾਂ ਦੇ ਵਿੱਚ ਤੁਹਾਡਾ ਬੰਦਾ ਲਿਆ ਦਾਂਗੇ। ਇੱਕ ਦਿਨ ਪਹਿਲਾਂ ਉਹ ਸਾਡੇ ਘਰੋਂ ਉਹ ਚਲੇ ਗਿਆ ਹੈ, ਉਹ ਫਿਰ ਦਿੱਲੀ ਚਲੇ ਗਿਆ ਵਾ। ਤੇ ਹੁਣ ਉਹਦੇ ਨਾਲ ਮੇਰਾ ਤਾਂ ਕਨੈਕਟ ਨਹੀਂ ਹੋਇਆ, ਦੂਸਰਿਆਂ ਦਾ ਕਨੈਕਟ ਹੋਇਆ। ਉਹ ਉਹਨਾਂ ਨੂੰ ਕਹਿਣ ਡਿਆ ਵੀ ਮੈਂ ਦਿੱਲੀ ਲੱਭਣ ਡਿਆ, ਉਹਨੂੰ ਮੈਂ ਲੈ ਕੇ ਤੇ ਆ ਜਾਊਂ। ਅੱਜ ਉਹਨੂੰ 4 ਦਿਨ ਹੋ ਗਏ ਇਸ ਗੱਲ ਨੂੰ। ਅੱਛਾ, ਕੀ ਲੱਗਦਾ ਤੁਹਾਨੂੰ ਉਸ ਬੰਦੇ ਦੇ ਵੱਲੋਂ ਇੱਕ ਭੋਲੇ ਭਾਲੇ ਕਿਸਾਨ ਨੂੰ ਗੱਲਾਂ ਦੇ ਵਿੱਚ ਲੈ ਕੇ ਮਜ਼ਦੂਰੀ ਕਰਵਾਈ ਗਈ? ਲੱਗਦਾ ਤੁਹਾਨੂੰ ਇਦਾਂ ਦਾ ਕੁਝ ਸੀਗਾ, ਦੇਖਿਆ ਵੀ ਹੋਊਗਾ ਘਰੇ ਜਾ ਕੇ ਕੁਝ? ਘਰੇ ਤੇ ਉਹਦੇ ਘਰ ਰਾਜ ਮਿਸਤਰੀ ਦਾ ਜਿਹੜਾ ਮਿਸਤਰੀ ਦਾ ਕੰਮ ਉਸ ਨੇ ਕੀਤਾ ਵਾ। ਅੱਛਾ। ਵੀ ਜਿੰਨਾ ਵੀ ਰਾਜ ਮਿਸਤਰੀ ਦਾ ਕੰਮ ਉਹਦੇ ਘਰ ਚੱਲਣ ਡਿਆ ਉਹ ਕਰਦਾ ਰਿਹਾ। ਉਹਨੇ ਹੁਣ ਉਹਨੂੰ ਪਿਆਰ ਨਾਲ ਕਹਿ ਕੇ ਜਾਂ ਭੋਲੇਪਨ ਦਾ ਫਾਇਦਾ ਉਠਾ ਕੇ ਕਰਵਾਇਆ ਵਾ, ਕਿਸ ਤਰ੍ਹਾਂ ਕਰਾਇਆ, ਤੇ ਉਹ ਜਾਣਦਾ ਵਾ ਵੀ ਕਿੱਦਾਂ ਕਰਵਾਇਆ ਉਹਨੇ। ਵੀ ਉਹ ਭੋਲੇਪਨ ਦਾ ਫਾਇਦਾ ਉਠਾ ਕੇ ਕਰਵਾ ਗਿਆ ਵਾ।
ਫਿਰ ਉਹਨੂੰ ਜਦੋਂ ਪਤਾ ਲੱਗਾ ਵਾ ਵੀ ਇਹ ਹੁਣ ਪਤਾ ਲੱਗ ਗਿਆ ਉਹਦੇ ਪਰਿਵਾਰਕ ਮੈਂਬਰਾਂ ਨੂੰ, ਉਹਨੇ ਸਾਈਡ ਕਰ ਦਿੱਤਾ। ਤੇ ਹੁਣ ਉਹ ਦਿੱਲੀ ਤੋਂ ਕਹਿਣ ਡਿਆ ਵਾ ਵੀ ਮੈਂ ਉਹਨੂੰ ਲੱਭਣ ਡਿਆ, ਮੈਂ ਲੈ ਕੇ ਆ ਜਾਣਾ। ਤਾਂ ਅਜੇ ਤੱਕ ਉਹਦੀ ਕੋਈ ਸਾਨੂੰ ਨਾ ਗੱਲ ਕਰਾਈ ਆ, ਨਾ ਪਰਿਵਾਰ ਵਾਲਿਆਂ ਨਾਲ ਗੱਲ ਕਰਾਈ ਆ, ਨਾ ਕਿਸੇ ਨਾਲ, ਅਜੇ ਤੱਕ ਕੋਈ ਉਹਦਾ ਪਤਾ ਨਹੀਂ। ਅੱਛਾ, ਘਰੋਂ ਵੀ ਅੱਗੇ ਕਿਤੇ ਅੱਗੇ ਪਿੱਛੇ ਕਰ ਦਿੱਤਾ ਉੱਥੋਂ ਜੋ ਤੁਸੀਂ ਜਦੋਂ ਅਸੀਂ ਗਏ ਉਹ ਘਰ ਨਹੀਂ ਮਿਲਿਆ ਰਹਿੰਦਾ, ਉਹ ਇੱਕ ਦਿਨ ਪਹਿਲਾਂ ਮੇਰੇ ਕੋਲ ਚਲੇ ਗਿਆ ਵਾ। ਤਾਂ ਇਹ ਇੱਕ ਨਵਾਂ ਮੋੜ ਇਸ ਪੂਰੀ ਕਹਾਣੀ ਦੇ ਵਿੱਚ ਹੈ। ਇੱਕ ਪਾਸੇ ਪਰਿਵਾਰ ਵਿਲਕ ਰਿਹਾ ਕਿ ਉਹਨਾਂ ਦਾ ਆਪਣਾ ਦਿੱਲੀ ਧਰਨੇ ਦੇ ਵਿੱਚ ਗਿਆ ਸੀਗਾ, ਕਿਸਾਨੀ ਮੋਰਚੇ ਦੇ ਵਿੱਚ ਸਾਥ ਦੇਣ ਦੇ ਲਈ ਗਿਆ ਸੀ, ਉਹ ਲਾਪਤਾ ਸੀ। ਪਰ ਉੱਥੋਂ ਨਵਾਂ ਮੋੜ ਆਉਂਦਾ ਵੀ ਇੱਕ ਸ਼ਖਸ ਉਹਨੂੰ ਉੱਥੋਂ ਨਾਲ ਲੈ ਕੇ ਆਉਂਦਾ ਹੈ। ਉਹਨੂੰ ਸ਼ਾਇਦ ਕਿਸੇ ਤਰੀਕੇ ਦਾ ਕੋਈ ਲਾਲਚ ਦਿੱਤਾ ਹੋਵੇਗਾ ਜਾਂ ਕਿਸੇ ਤਰੀਕੇ ਦੀਆਂ ਗੱਲਾਂ ਕੀਤੀਆਂ ਹੋਣਗੀਆਂ। ਇਸ ਤਰੀਕੇ ਦੇ ਇਲਜ਼ਾਮ ਨੇ ਗੁਰਦਿਆਲ ਸਿੰਘ ਨਾਮਕ ਸ਼ਖਸ ਦੇ ਉੱਤੇ, ਜੋ ਮਨੇਸ਼ ਪਿੰਡ ਦਾ ਰਹਿਣ ਵਾਲਾ ਹੈ, ਜ਼ਿਲ੍ਹਾ ਗੁਰਦਾਸਪੁਰ ਦੇ। ਉਹਨਾਂ ਦੇ ਉੱਤੇ ਇਹ ਗੰਭੀਰ ਇਲਜ਼ਾਮ ਨੇ ਵੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਘਰ 'ਚ ਲਿਆ ਕੇ ਸੁਰਿੰਦਰ ਸਿੰਘ ਨੂੰ ਆਪਣੇ ਘਰੇ ਕੰਮ ਕਰਵਾਇਆ ਗਿਆ, ਉੱਥੇ ਮਜ਼ਦੂਰੀ ਕਰਵਾਈ ਗਈ ਔਰ ਸ਼ਾਇਦ ਕੋਈ ਪੈਸਾ ਵੀ ਨਹੀਂ ਦਿੱਤਾ ਇਸ ਤਰੀਕੇ ਦੇ। ਮਾਤਾ ਜੀ, ਤੁਸੀਂ ਜਦੋਂ ਗਏ ਸੀਗੇ ਭਾਲ ਤੁਸੀਂ ਵੀ ਕਰਦੇ ਰਹੇ ਉਹਨਾਂ ਦੀ, ਸੁਰਿੰਦਰ ਸਿੰਘ ਉਹਨਾਂ ਦੀ? ਉਹ ਕੱਢਿਆ ਮੈਨੂੰ ਹੀ ਉੱਥੋਂ। ਮੈਂ ਗਈ ਹਾਂ ਤੇ ਮੈਨੂੰ ਉਹਨਾਂ ਘਰ ਦੱਸ ਦਿੱਤਾ। ਘਰ ਗਈ ਹਾਂ ਤੇ ਫਿਰ ਮੈਂ ਆਖਿਆ ਵੀ ਵੀਰ ਮੇਰਾ ਪੁੱਤ ਦੇ ਦਿਓ ਜਿੱਥੇ ਵੀ ਹੈਗਾ। ਮੈਂ ਬੜੇ ਧੱਕੇ ਖਾਧੇ, ਮਹੀਨਾ ਹੋ ਗਿਆ ਮੈਨੂੰ ਤੁਰੀ ਫਿਰਦੀ ਨੂੰ। ਉਹਨਾਂ ਆਖਿਆ ਅਸੀਂ ਇਹ 500 ਰੁਪਈਆ ਦੇ ਕੇ ਤੇ ਅਸੀਂ ਘੱਲ ਦਿੱਤਾ ਉਹਨੂੰ। ਅਸੀਂ ਆਖਿਆ ਕਿੱਥੇ ਘੱਲਿਆ ਸੀ? ਦਿੱਲੀ। ਫਿਰ ਮੈਂ ਫੋਨ ਕਰਦੀ ਰਹੀ ਹਾਂ। ਫਿਰ ਉਹਦੇ ਘਰਦੇ ਨੇ ਵੀ ਆਖਿਆ ਵੀ ਉਹ ਮੇਰਾ ਵੀਰ ਬਣ ਗਿਆ ਵਾ, ਉਹ ਮੇਰੇ ਕੋਲ ਰਿਹਾ ਮਹੀਨਾ। ਤੇ ਸਾਡਾ ਟੱਬਰ ਸਾਰਾ ਜਿਹੜਾ ਉਹਦੇ ਅੱਗੇ ਪਿੱਛੇ ਫਿਰਦਾ ਸੀ। ਤੇ ਇੰਨੀ ਗੱਲ ਕੀਤੀ ਮੇਰੇ ਨਾਲ। ਇਹ ਬਜ਼ੁਰਗ ਮਾਤਾ ਤੇ ਨਾਲ ਉਹਨਾਂ ਦੀ ਪਤਨੀ ਸੁਖਵਿੰਦਰ ਕੌਰ, ਅੱਜ ਇਹ ਹੰਝੂ ਆਪਣੇ ਨੂੰ ਮਿਲਣ ਦੇ ਲਈ ਨੇ। ਲਗਾਤਾਰ ਮਿੰਨਤਾਂ ਤਰਲੇ ਕੀਤੇ ਜਾ ਰਹੇ ਨੇ ਵੀ ਕੋਈ ਸਾਡੇ, ਮਾਂ ਕਹਿੰਦੀ ਹੈ ਮੇਰੇ ਪੁੱਤ ਨੂੰ ਮੋੜ ਕੇ ਘਰੇ ਲਿਆਵੇ, ਤਾਂ ਪਤਨੀ ਕਹਿੰਦੀ ਹੈ ਮੇਰਾ ਪਤੀ ਪਰਿਵਾਰ ਦੇ ਵਿੱਚ ਉਹੀ ਕਮਾਉਂਦਾ ਸੀ, ਦਿਹਾੜੀ ਮਜ਼ਦੂਰੀ ਕਰਦਾ ਹੈ ਔਰ ਸ਼ਾਇਦ ਕਿਤੋਂ 300-400 ਰੁਪਈਆ ਦਿਹਾੜੀ ਦੇ ਵਿੱਚ ਲੈ ਕੇ ਆਉਂਦਾ, ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਤੇ ਪਿਛਲੇ ਕਈ ਦਿਨਾਂ ਤੋਂ ਇਸ ਪਰਿਵਾਰ ਦੀ ਆਰਥਿਕ ਹਾਲਤ ਕਿੱਦਾਂ ਦੀ ਹੋਊਗੀ ਅੰਦਾਜ਼ਾ ਲਗਾ ਸਕਦੇ ਹੋ। ਕੱਚਾ ਵਿਹੜਾ ਹੈ ਜਿਸ ਵਿਹੜੇ ਦੇ ਵਿੱਚ ਬੈਠ ਕੇ ਆਪਾਂ ਇੰਟਰਵਿਊ ਕਰ ਰਹੇ ਹਾਂ, ਇਹ ਕੱਚਾ ਵਿਹੜਾ ਹੈ। ਅੱਜ ਦਾ ਦੌਰ ਕਿੱਥੇ ਪਹੁੰਚ ਗਿਆ ਹੈ, ਪਰ ਫਿਰ ਵੀ ਉਸ ਸ਼ਖਸ ਦੇ ਵਿੱਚ ਜ਼ਮੀਰ ਜਾਗਦਾ ਸੀਗਾ। ਬੇਸ਼ੱਕ ਅਮੀਰੀ ਨਹੀਂ ਸੀ, ਜ਼ਮੀਨ ਨਹੀਂ ਸੀ, ਪਰ ਫਿਰ ਵੀ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਪਹੁੰਚੇ। ਪਰ ਨਾਲ ਹੀ ਜਿਹੜਾ ਦੂਸਰਾ ਪਹਿਲੂ ਹੈ ਇਸ ਖਬਰ ਦਾ ਕਿ ਇੱਕ ਸ਼ਖਸ ਜਿਹਦੇ ਉੱਤੇ ਇੰਨੇ ਗੰਭੀਰ ਇਲਜ਼ਾਮ ਨੇ, ਜੇਕਰ ਉਹ ਇਲਜ਼ਾਮ ਵਾਕਈ ਸੱਚ ਨੇ ਤਾਂ ਬਹੁਤ ਮੰਦਭਾਗੀ ਇਹ ਘਟਨਾ ਇਸ ਕਿਸਾਨੀ ਮੋਰਚੇ ਦੇ ਨਾਲ ਜੁੜੀ ਆਪਾਂ ਕਹਿ ਸਕਦੇ ਹਾਂ ਵੀ ਇੱਕ ਸ਼ਖਸ ਨੂੰ ਤੁਸੀਂ ਜੋ ਕਿਸਾਨੀ ਧਰਨੇ ਦੇ ਵਿੱਚ ਜਾਂਦਾ ਹੈ, ਜੋ ਕਿਸਾਨਾਂ ਦਾ ਸਾਥ ਦੇਣ ਲਈ ਜਾਂਦਾ ਹੈ, ਤੁਸੀਂ ਉਸ ਨੂੰ ਗੱਲਾਂ ਦੇ ਵਿੱਚ ਵਰਗਲਾ ਕੇ ਆਪਣੇ ਨਾਲ ਲੈ ਆਉਣੇ। ਅਜਿਹੇ ਇਲਜ਼ਾਮ ਨੇ ਗੁਰਦਿਆਲ ਸਿੰਘ ਫੌਜੀ ਦੇ ਉੱਤੇ, ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ, ਔਰ ਲਿਆ ਕੇ ਘਰੇ ਕੰਮ ਕਰਵਾਉਂਦੇ ਹੋ। ਉਹਦੀ ਇੱਥੋਂ ਤੱਕ ਕਿ ਖਬਰ ਤੱਕ ਵੀ ਨਹੀਂ ਤੁਹਾਨੂੰ ਕਦੀ ਉਹ ਜਿਨ੍ਹਾਂ ਦੇ ਘਰ ਤੁਸੀਂ ਦੱਸ ਰਹੇ ਹੋ ਉਹਨਾਂ ਨੇ ਕਦੀ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਵੀ ਮੇਰੇ ਕੋਲ ਆ ਗਿਆ? ਨਾ, ਉਹਨਾਂ ਨੇ ਕੀਤਾ ਭਾਜੀ। ਕਦੀ ਦੱਸਿਆ ਵੀ ਨਹੀਂ ਵੀ ਮੇਰੇ ਕੋਲ ਰਹਿ ਰਿਹਾ ਹੋ? ਦੱਸਿਆ ਨਹੀਂ ਉਹਨਾਂ ਨੇ ਸਾਨੂੰ। ਪੰਚਾਇਤ ਨੂੰ ਦੱਸਿਆ ਵੀ ਮੇਰੇ ਕੋਲ। ਇਹਨਾਂ ਨੂੰ ਦੱਸਿਆ, ਸਾਨੂੰ ਨਹੀਂ ਦੱਸਿਆ। ਘਰ 'ਚ ਗੱਲ ਹੀ ਨਹੀਂ ਕਰਾਈ ਉਹਨਾਂ ਨੇ ਸਾਡੀ। ਭਾਈ ਦੱਸਿਆ ਤੱਕ ਵੀ ਨਹੀਂ ਇਹਨਾਂ ਨੂੰ ਵੀ ਉਹ ਬੰਦਾ ਮੇਰੇ ਕੋਲ ਰਹਿ ਰਿਹਾ ਵੈ? ਉਹ ਕਿਸੇ ਦੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਗਿਆ। ਜਿਸ ਦਿਨ ਉੱਥੋਂ ਦੇ ਯੂਥ ਜਿਹੜਾ ਸਖੋਵਾਲ ਦਾ, ਉਹਨਾਂ ਨੇ ਇਹਨੂੰ ਲੱਭ ਕੇ ਇਹਨਾਂ ਨੂੰ ਦੱਸਿਆ ਵੀ ਇੱਥੇ ਬੰਦਾ ਤੁਹਾਡਾ, ਉਦੋਂ ਨਹੀਂ ਪਤਾ ਲੱਗਾ ਉਹਦਾ। ਉਦੋਂ ਚਿਰ ਕੋਈ ਨੇ ਕੋਈ ਕੰਟੈਕਟ ਨਹੀਂ ਕੀਤਾ। ਹਾਂਜੀ। ਤੁਸੀਂ ਭਾਈ ਪਿੰਡ ਦੇ ਮੈਂਬਰ ਪੰਚਾਇਤ ਹੋ, ਕਿਵੇਂ ਇਸ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ? ਕੀ ਆਰਥਿਕ ਹਾਲਤ ਕੀ ਹੈ ਇਸ ਪਰਿਵਾਰ ਦੀ? ਜਿੱਥੇ ਤੱਕ ਮੈਨੂੰ ਪਤਾ ਲੱਗਾ ਕਹਿੰਦੇ ਉਹੀ ਸੁਰਿੰਦਰ ਸਿੰਘ ਹੋਰੀ ਮਜ਼ਦੂਰੀ ਕਰਦੇ ਸੀਗੇ ਤੇ ਉਹੀ 200-400 ਜਿਹੜਾ ਕਮਾ ਕੇ ਲਿਆਉਂਦੇ ਸੀ, ਉਹਦੇ ਨਾਲ ਹੀ ਰੋਜ਼ੀ ਰੋਟੀ ਚੱਲਦੀ ਸੀ। ਨਹੀਂ, ਇਹਨਾਂ ਦੀ ਤੇ ਕੋਈ ਜ਼ਮੀਨ ਨਹੀਂ ਹੈ। ਜ਼ਮੀਨ ਜਿਹੜੀ ਥੋੜ੍ਹੀ ਬਹੁਤੀ ਸੀ ਪਹਿਲਾਂ ਹੀ ਇਹਨਾਂ ਦੇ ਫਾਦਰ ਨੇ ਵੀ ਉਹ ਵਿਕੀ ਇਹਨਾਂ ਦੀ। ਬਾਕੀ ਗੁਜ਼ਾਰਾ ਸਿਰਫ ਉੱਤੇ ਚੱਲਣ ਰਿਹਾ, ਉਹਦੀ ਦਿਹਾੜੀ 'ਤੇ ਚੱਲਣ ਰਿਹਾ ਸੀ। ਹੋਰ ਕੋਈ ਇਹਨਾਂ ਦਾ ਕੋਈ ਸਾਧਨ ਨਹੀਂ ਹੈ। ਬਾਕੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਪੁਲਿਸ ਨੂੰ ਨਾ ਕਿਹੋ। ਉੱਥੇ ਮੈਂਬਰ ਇਕੱਠੇ ਹੋਏ ਜਿਹੜੇ, ਉਹਨਾਂ ਨੇ ਸਾਨੂੰ ਵੀ ਕਿਹਾ ਵੀ ਤੁਸੀਂ ਪੁਲਿਸ ਨੂੰ ਕੋਈ ਰਿਪੋਰਟ ਨਾ ਦਿਓ, ਅਸੀਂ ਬੰਦਾ ਤੁਹਾਡਾ ਲੱਭਦੇ ਹਾਂ। ਅਸੀਂ ਇਹ ਕਰਕੇ ਦੁਬਾਰਾ ਪੁਲਿਸ ਕੋਲ ਵੀ ਨਹੀਂ ਗਏ ਵੀ ਉਹਨਾਂ ਦੇ ਵੀ ਸਾਰਿਆਂ ਨੇ ਕਿਹਾ ਵੀ ਚਲੋ ਉਹ ਲਿਆ ਦੇਣਗੇ, ਗਰੀਬ ਬੰਦੇ ਕਿੱਥੇ ਤੁਰੇ ਫਿਰਨਗੇ, ਉਹ ਆਪ ਹੀ ਲਿਆ ਦੇਣਗੇ। ਅਸੀਂ ਅਜੇ ਤੱਕ ਪੁਲਿਸ ਨੂੰ ਵੀ ਦੁਬਾਰਾ ਜਾ ਕੇ ਵੀ ਕੋਈ ਇਤਲਾਹ ਨਹੀਂ ਦਿੱਤੀ, ਵੀ ਪੁਲਿਸ ਨੂੰ ਅਜੇ ਨਹੀਂ ਦੱਸਿਆ ਵੀ ਉਹਨਾਂ ਦੇ ਕੋਲ ਵੀ ਹੈ। ਅਤੇ ਉਹ ਹੁਣ ਅੱਜ 4 ਦਿਨ ਹੋ ਗਏ, ਫਿਰ ਉਹਨਾਂ ਦਾ ਕੋਈ ਵੀ ਸਾਡੇ ਨੂੰ ਵੀ ਬੰਦਾ ਮਿਲ ਗਿਆ ਜਾਂ ਨਹੀਂ ਮਿਲ ਗਿਆ, ਕੋਈ ਉਹ ਦੱਸ ਨਹੀਂ ਰਿਹਾ। ਕੋਈ ਹਾਲਤ ਦਾ ਨਹੀਂ ਪਤਾ ਵੀ ਸੁਰਿੰਦਰ ਸਿੰਘ ਹੋਰੀ ਕਿਸ ਹਾਲਤ ਦੇ ਵਿੱਚ ਨੇ ਜਾਂ ਨਹੀਂ, ਕਿਸ ਹਾਲਤ 'ਚ ਕਿਸ ਨਹੀਂ, ਉਹ ਹੁਣ ਤੱਕ ਕੋਈ ਪਤਾ ਨਹੀਂ ਲੱਗਾ ਉਹਦਾ। ਸਾਨੂੰ ਜਿੱਦਣ ਅਸੀਂ ਗਏ ਹਾਂ, ਸਾਨੂੰ ਉਹਦੇ ਘਰ ਦੇ ਵਿੱਚ ਬਹਿ ਗਏ ਹਾਂ ਫੌਜੀ ਦੇ ਸਾਰੇ। ਇੱਥੋਂ ਅਸੀਂ ਕੋਈ 6-7 ਇੱਥੋਂ ਪਿੰਡੋਂ ਗਏ ਹਾਂ ਅਤੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਸਾਨੂੰ ਇਹ ਦਿੱਤਾ ਵਾ ਵੀ ਅਸੀਂ ਲੱਭ ਕੇ ਅਤੇ ਤੁਹਾਨੂੰ ਬੰਦਾ ਪਹੁੰਚਾਵਾਂਗੇ।
ਤਾਂ ਤੁਸੀਂ ਕੋਈ ਕਾਰਵਾਈ ਨਾ ਕਰੋ, ਕੋਈ ਪੁਲਿਸ ਦੇ ਨਾ ਕਿਸੇ ਤਰ੍ਹਾਂ ਦੀ ਨਾ ਕਾਰਵਾਈ ਕੀਤੀ ਜਾਵੇ। ਅਸੀਂ ਕੋਈ ਪੁਲਿਸ ਕੋ ਕੋਈ ਕਿਸੇ ਕੋ ਅਜੇ ਤੱਕ ਇਤਲਾਹ ਨਹੀਂ ਸੀ ਦਿੱਤੀ ਵੀ ਅਸੀਂ ਪੁਲਿਸ ਦੇ ਵੀ ਜਾਣਾ ਵਾ। ਪਹਿਲਾਂ ਇਹ ਪੁਲਿਸ ਕੋ ਗਏ ਵੀ ਉਹ ਜਦੋਂ ਮਿਲ ਗਿਆ ਦਿੱਲੀ ਦੇ ਵਿੱਚ ਪਤਾ ਲੱਗ ਗਿਆ, ਫਿਰ ਚੁੱਪ ਹੋ ਗਏ ਵੀ ਦਿੱਲੀ ਦਾ ਹੈਗਾ ਵਾ, ਸੰਘਰਸ਼ ਚੋਂ ਆ ਜਾਊਗਾ ਵਾਪਸ। ਇਹ ਜਦੋਂ ਇਹਨਾਂ ਨੇ ਕਹਿਤਾ ਵੀ ਵਾਪਸ ਆ ਗਿਆ ਫਤਿਹਗੜ੍ਹ ਤੱਕ, ਉਹ ਗੁਰਦਾਸਪੁਰ ਦੀ ਟਰਾਲੀ ਆ ਸਖੋਵਾਲ ਦੀ, ਉਹਦੇ ਵਿੱਚ ਹੈਗਾ ਜੀ। ਉਹ ਤੋਂ ਬਾਅਦ ਫਿਰ ਨਹੀਂ ਪਤਾ ਲੱਗਾ, ਫਿਰ 20-25 ਦਿਨ ਦੇ ਕਰੀਬ ਉਹਦੇ ਕੋਲ ਹੀ ਰਿਹਾ ਉਹ। ਤੋ ਜਦੋਂ ਅਸੀਂ ਗਏ ਤਾਂ ਉਤੋਂ ਉਹਨੇ ਸਾਨੂੰ ਕਿਹਾ ਵੀ ਇੱਕ ਦਿਨ ਪਹਿਲਾਂ ਮੇਰੇ ਘਰੋਂ ਚਲੇ ਗਿਆ। ਫਿਰ ਉਹਨੂੰ ਮੈਂ 500 ਰੁਪਈਆ ਦਿੱਤਾ ਤੇ ਲਾਈਟਾਂ ਵਾਲੇ ਚੌਂਕ ਤੋਂ ਮੇਰਾ ਮੁੰਡਾ ਚੜਾਇਆ ਉਹਨੂੰ, ਉਹ ਫਿਰ ਦਿੱਲੀ ਚਲੇ ਗਿਆ। ਸਾਨੂੰ ਇਹ ਕਿਹਾ ਗਿਆ। ਲੱਗਦਾ ਵੀ ਬਹੁਤ ਇੱਕ ਮੰਦਭਾਗੀ ਸੋਚ ਕਹਿ ਲਈਏ ਜਾਂ ਘਟੀਆ ਸੋਚ, ਜੇਕਰ ਵਾਕਈ ਇਹ ਇਲਜ਼ਾਮ ਸੱਚੇ ਨੇ, ਅੱਗੇ ਇਨਕੁਆਇਰੀ ਹੋਣੀ ਹੈ, ਪੁਲਿਸ ਦਾ ਮੈਟਰ ਹੈ, ਜਾਂਚ ਹੋ ਸਕਦੀ ਹੈ ਇਸ ਪੂਰੇ ਮਾਮਲੇ ਦੀ। ਲੱਗਦਾ ਵੀ ਇਹ ਕਿਤੇ ਨਾ ਕਿਤੇ ਇੱਕ ਬਹੁਤ ਸੌੜੀ ਸੋਚ ਹੈਗੀ ਹੈ ਵੀ ਆਪਾਂ ਇੱਕ ਬੰਦਾ ਕਿਸਾਨ ਜਾਂਦਾ ਹੈ, ਭੋਲਾ ਭਾਲਾ ਕਿਸਾਨ ਜੋ ਆਪਣੀ ਮਜ਼ਦੂਰੀ ਛੱਡ ਕੇ, ਪਰਿਵਾਰ ਨੂੰ ਛੱਡ ਕੇ ਦਿੱਲੀ ਧਰਨੇ ਜਾਂਦਾ, ਤੇ ਤੁਸੀਂ ਉਹਦਾ ਨਜਾਇਜ਼ ਫਾਇਦਾ ਲੈ ਰਹੇ ਹੋ। ਇਹਦੇ ਉੱਤੇ ਤਾਂ ਹੁਣ ਉਹੀ ਸੋਚ ਸਕਦਾ ਵੀ ਉਹਦੀ ਸੋਚ ਮਾੜੀ ਨਾ ਲੈ ਕੇ ਆਇਆ, ਕਿਸ ਤਰ੍ਹਾਂ ਲੈ ਕੇ ਆਇਆ। ਪਰ ਜਿਹੜੇ ਤਰੀਕੇ ਨਾਲ ਜੇ ਉਹਨਾਂ ਪਤਾ ਲੱਗੇ ਤਾਂ ਉਹਦਾ ਜੇ ਚੰਗੀ ਸੋਚ ਨਾਲ ਲਿਆਉਂਦਾ ਤਾਂ ਉਹਨਾਂ ਨੂੰ ਪਰਿਵਾਰ ਨਾਲ ਕਨੈਕਟ ਕਰਾਉਣਾ ਚਾਹੀਦਾ ਉਹਦਾ ਵੀ ਮੇਰੇ ਕੋਲ ਹੈਗਾ ਵਾ 4 ਦਿਨ 10 ਦਿਨ ਰਹੂਗਾ, ਆ ਜਾਊਗਾ। ਤਾਂ ਉਹਨੇ ਕਿਸੇ ਨਾਲ ਕਨੈਕਟ ਨਹੀਂ ਕੀਤਾ ਨਾ। ਹੁਣ ਸਾਡੇ 4 ਦਿਨ ਹੋ ਗਏ ਆ, ਸਾਨੂੰ ਵੀ ਉਹਨਾਂ ਨੇ ਕਿਹਾ ਵੀ ਆਪਾਂ ਕੋਈ ਕਾਰਵਾਈ ਨਾ ਕਰੀਏ, ਕੋਈ ਪੁਲਿਸ ਕੋਲ ਨਾ ਜਾਈਏ, ਤੇ ਅਸੀਂ ਦਿੱਲੀ ਉਹਨੂੰ ਲੱਭ ਲਿਆਉਂਦੇ ਹਾਂ। ਫਿਰ ਸਾਡੇ ਇੱਥੇ ਉਹਦੇ ਨਾਲ ਫੌਜੀ ਆ ਇੱਕ, ਉਹਨਾਂ ਦੇ ਨਾਲ ਉਹਦਾ ਕਨੈਕਟ ਹੋਇਆ ਵੀ ਮੈਂ ਦਿੱਲੀ ਪਹੁੰਚ ਗਿਆ, ਮੈਂ ਲੱਭਣ ਡਿਆ ਵਾਂ। ਤੇ ਹੁਣ ਤੱਕ ਅਜੇ ਤੱਕ ਕੋਈ ਉਹਦੀ ਖਬਰ। ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਜਥੇਬੰਦੀ, ਮੈਨੂੰ ਲੱਗਦਾ ਸਰਵਨ ਸਿੰਘ ਪੰਧੇਰ ਹੋਣਾ ਦੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹੀ ਹੈ ਜੀ? ਹਾਂਜੀ, ਸਾਡੇ ਚੰਗਾਵੇਂ ਦੇ ਵਿੱਚ ਵੀ ਪੰਧੇਰ ਸਾਹਿਬ ਦੀ ਪਾਰਟੀ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਪੂਰਾ ਮੈਟਰ ਉਹ ਕਮੇਟੀ ਦੇ ਆਗੂਆਂ ਤੱਕ ਗਿਆ ਹੈ, ਜਿਹੜੇ ਸਰਵਨ ਸਿੰਘ ਪੰਧੇਰ ਹੋਣੀ ਕਹਿ ਲਈਏ, ਸਤਨਾਮ ਸਿੰਘ ਪੰਨੂ ਹੋਣਾ, ਉਹਨਾਂ ਤੱਕ ਇਹ ਮੈਟਰ ਗਿਆ ਤੁਹਾਡਾ ਅਜੇ ਤੱਕ? ਨਹੀਂ, ਅਜੇ ਕਿਸੇ ਤੱਕ ਨਹੀਂ ਗਿਆ। ਅਸੀਂ ਤਾਂ ਸਿਰਫ ਰੁਕ ਗਏ ਉਹਦਾ ਕਰਕੇ ਵੀ ਉਹਨਾਂ ਨੇ ਸਾਨੂੰ ਦਿਲਾਸਾ ਦਿੱਤਾ ਵੀ ਅਸੀਂ ਬੰਦਾ ਤੁਹਾਡਾ ਲੈ ਆਉਂਦੇ ਆ, ਸਾਡੇ ਕੋਲ ਰਹਿ ਕੇ ਗਿਆ, ਅਸੀਂ ਲੱਭ ਲਿਆਉਣਾ ਵਾ। ਅਸੀਂ ਤਾਂ ਮੰਨ ਲਓ ਕੋਈ ਯੂਨੀਅਨ ਨੂੰ, ਕਿਸਾਨ ਯੂਨੀਅਨ ਨੂੰ ਵੀ ਨਹੀਂ ਕਨੈਕਟ ਹੋਇਆ ਵੀ ਇਸ ਚੀਜ਼ ਦੇ ਮੈਟਰ ਬਾਰੇ ਨਹੀਂ ਦੱਸਿਆ ਗਿਆ, ਨਾ ਇਸ ਚੀਜ਼ ਦਾ ਇਹਨਾਂ ਦਾ ਅਜੇ ਤੱਕ ਦੱਸਿਆ ਗਿਆ ਵਾ ਪੁਲਿਸ ਨੂੰ ਹੀ। ਤਾਂ ਆਸ ਸੀਗੀ ਵੀ ਸ਼ਾਇਦ ਇਹ ਗੱਲ, ਕਿਉਂਕਿ ਅਸੀਂ ਕਿੱਥੇ ਤੁਰੇ ਫਿਰਾਂਗੇ, ਉਹ ਚੱਲ ਦੇ ਦੇਣਗੇ, ਉਹ ਵੀ ਆਪਣੇ ਰਹਿਣ ਖੁਸ਼, ਅਸੀਂ ਵੀ ਖੁਸ਼, ਸਾਡੇ ਬੱਚਾ ਪਿਆਰਾ ਬੰਦਾ ਘਰ ਆ ਜਾਊਗਾ। ਇਹ ਕਰਕੇ ਕੋਈ ਕਨੈਕਟ ਨਹੀਂ ਕਿਸੇ ਨਾਲ ਵੀ ਕੀਤਾ ਗਿਆ। ਗੁਰਦਿਆਲ ਸਿੰਘ ਫੌਜੀ ਹੋਰਾਂ ਦਾ ਨੰਬਰ ਵੀ ਪਰਿਵਾਰ ਤੋਂ ਲਿਆ, ਇਹ ਦੱਸ ਰਹੇ ਨੇ ਵੀ ਨੰਬਰ ਉਹਨਾਂ ਦਾ ਹੀ ਹੈ। ਕੋਸ਼ਿਸ਼ ਕਰਾਂਗੇ, ਉਹਨਾਂ ਦਾ ਪੱਖ ਲੈਣਾ ਵੀ ਜ਼ਰੂਰੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੇਕਰ ਵਾਕਈ ਇਹ ਇਲਜ਼ਾਮ ਉਹਨਾਂ ਦੇ ਉੱਤੇ ਲੱਗ ਰਹੇ ਨੇ ਤਾਂ ਉਹ ਕੀ ਕਹਿਣਾ ਚਾਹੁੰਦੇ ਨੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸੁਰਿੰਦਰ ਸਿੰਘ ਹੋਰਾਂ ਨੂੰ ਗੁਰਦਿਆਲ ਸਿੰਘ ਫੌਜੀ ਦੇ ਨਾਲ ਦੇਖਿਆ। ਤੁਸੀਂ ਦੇਖਿਆ ਜੀ, ਉੱਥੇ ਅਸੀਂ ਦਿੱਲੀ ਫਿਰਦਾ ਵੇਖਿਆ ਖੁਦ। ਇਹਨੇ ਕਿਹਾ ਮੈਂ ਫੌਜੀ ਦੇ ਕੋਲ ਰਹਿ ਰਿਹਾ ਵਾਂ, ਤੇ ਪਿੰਡ ਮੈਂ ਦੇ ਨਾਲ ਫੌਜੀ ਨੇ ਸਾਨੂੰ ਇਹ ਵੀ ਕਿਹਾ ਵੀ ਮੈਂ ਇਹਨੂੰ ਘਰ ਆਪ ਛੱਡ ਕੇ ਆਊਂਗਾ। 2 ਦਿਨ ਬਾਅਦ ਜਦੋਂ ਅਸੀਂ ਘਰ ਚਲ ਜਾਵਾਂਗੇ, ਅਗਲੇ ਦਿਨ ਨੂੰ ਇਹਦੇ ਘਰ ਪਹੁੰਚਾ ਦਾਂਗੇ। ਤਾਂ ਗੁਰਦਿਆਲ ਸਿੰਘ ਫੌਜੀ ਉਹਨਾਂ ਨੂੰ ਫੋਨ ਕਾਲ। ਹੈਲੋ ਗੁਰਦਿਆਲ ਸਿੰਘ ਜੀ ਗੱਲ ਕਰ ਰਹੇ ਹੋ? ਹਾਂਜੀ, ਗੁਰਦਿਆਲ ਸਿੰਘ ਜੀ ਗੱਲ ਕਰ ਰਹੇ ਹੋ ਤੁਸੀਂ ਮਨੀਸ਼ ਪਿੰਡ ਤੋਂ? ਹਾਂ, ਨਹੀਂ ਸਰ। ਕੌਣ ਬੋਲ ਰਹੇ ਹੋ ਤੁਸੀਂ? ਨਹੀਂ ਚਲੋ ਮਾਫ ਕਰਨਾ, ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਗੱਲਬਾਤ ਕਰਨ ਦੀ। ਤਾਂ ਇੱਕ ਨੰਬਰ ਹੋਰ ਉਹਨਾਂ ਦੇ ਵੱਲੋਂ ਦਿੱਤਾ ਹੈ, ਉਹਦੇ ਉੱਤੇ ਵੀ ਲਗਾ ਕੇ ਅਸੀਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਪੱਖ ਲੈਣਾ, ਇਲਜ਼ਾਮ ਗੰਭੀਰ ਨੇ। ਇੱਕ ਇਨਸਾਨ, ਇੱਕ ਸ਼ਖਸ ਦੀ ਜ਼ਿੰਦਗੀ ਦਾ ਸਵਾਲ ਹੈ। ਪਿੱਛੇ ਪਰਿਵਾਰ, ਮਾਤਾ, ਬਜ਼ੁਰਗ ਰੋ ਕੇ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ। ਆਰਥਿਕ ਮੰਦਹਾਲੀ ਹੈ ਪਰਿਵਾਰ ਦੇ ਉੱਤੇ, ਇਸ ਦੇ ਬਾਵਜੂਦ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਵੱਡੀ ਗੱਲ ਹੈ। ਤਾਂ ਕੋਸ਼ਿਸ਼ ਅਸੀਂ ਕਰ ਰਹੇ ਹਾਂ ਗੁਰਦਿਆਲ ਸਿੰਘ ਹੋਰਾਂ ਨੂੰ ਫੋਨ ਦੇ ਉੱਤੇ ਨਾਲ ਜੋੜਨ ਦੀ, ਤਾਂ ਜੋ ਉਹਨਾਂ ਦਾ ਪੱਖ ਵੀ ਸੁਣਿਆ ਜ਼ਰੂਰ ਜਾਵੇ। ਹੈਲੋ ਗੁਰਦਿਆਲ ਸਿੰਘ ਜੀ ਗੱਲ ਕਰ ਰਹੇ ਹੋ ਜੀ? ਹਾਂਜੀ। ਮਨੀਸ਼ ਪਿੰਡ ਤੋਂ ਬੋਲ ਰਹੇ ਹੋ ਜੀ, ਜ਼ਿਲ੍ਹਾ ਗੁਰਦਾਸਪੁਰ? ਹਾਂਜੀ। ਗੁਰਦਿਆਲ ਸਿੰਘ ਜੀ, ਮੈਂ ਸੁਖਵਿੰਦਰ ਗੱਲ ਕਰ ਰਿਹਾ ਜੀ, ਹਮਦਰਦ ਟੀਵੀ ਚੈਨਲ ਤੋਂ, ਜਲੰਧਰ ਤੋਂ ਪੱਤਰਕਾਰ। ਹਾਂਜੀ। ਹੈਲੋ। ਹਾਂਜੀ। ਗੁਰਦਿਆਲ ਸਿੰਘ ਜੀ, ਮੈਂ ਸੁਖਵਿੰਦਰ ਗੱਲ ਕਰ ਰਿਹਾ, ਹਮਦਰਦ ਟੀਵੀ ਤੋਂ ਪੱਤਰਕਾਰ, ਜਲੰਧਰ ਤੋਂ। ਹਾਂਜੀ। ਗੁਰਦਿਆਲ ਸਿੰਘ ਜੀ, ਤੁਹਾਡੇ ਉੱਤੇ ਨਾ ਬਹੁਤ ਗੰਭੀਰ ਇਲਜ਼ਾਮ ਲੱਗੇ ਨੇ। ਚੁਗਾਵਾਂ ਪਿੰਡ ਪੈਂਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਮਹਿਤੇ ਦੇ ਕੋਲ। ਉੱਥੋਂ ਦੇ ਸੁਰਿੰਦਰ ਸਿੰਘ ਕਿਸਾਨ, ਇੱਕ ਇਲਜ਼ਾਮ ਲੱਗੇ ਨੇ ਵੀ ਤੁਸੀਂ ਉਹਨਾਂ ਨੂੰ ਆਪਣੇ ਕੋਲ ਰੱਖਿਆ ਔਰ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਔਰ ਉਹਨਾਂ ਤੋਂ ਬੰਦੂਆ ਮਜ਼ਦੂਰੀ ਕਰਵਾਈ, ਉਹਨਾਂ ਤੋਂ ਕੰਮ ਕਰਵਾਇਆ। ਵੀਰ ਜੀ, ਮੈਂ ਨਾ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਇੱਥੇ ਦਿੱਲੀ ਦੇ ਵਿੱਚ ਆਇਆ ਹੋਇਆ, ਮੈਂ ਇੱਥੇ ਗੱਲਬਾਤ ਕੀਤੀ ਹੋਈ ਆ। ਜਿਹੜੇ ਇਹ ਇਲਜ਼ਾਮ ਲਾ ਰਹੇ, ਚਲੋ ਲਾ ਦਿਓ ਉਹਨਾਂ ਨੂੰ, ਕੋਈ ਚੱਕਰ ਨਹੀਂ ਆ। ਮੈਂ ਆਪਣੀ ਜਗ੍ਹਾ ਸਹੀ, ਮੈਂ ਤੁਹਾਨੂੰ ਆਪਣਾ ਬਿਆਨ ਵੀ ਦੇ ਦਿੰਦਾ ਆ।
ਮੈਂ ਤੁਹਾਡਾ ਪੱਖ ਜਾਣਨ ਲਈ ਹੀ ਤੁਹਾਨੂੰ ਫੋਨ ਕੀਤਾ ਹੈ, ਕਿਉਂਕਿ ਤੁਸੀਂ ਲਾਈਵ ਦੇ ਉੱਤੇ ਜੁੜੇ ਹੋਏ ਹੋ। ਮੈਂ ਚਾਹੂੰਗਾ ਤੁਹਾਨੂੰ ਸੁਣਨਾ, ਤੁਹਾਡੇ ਤੋਂ ਮੈਂ ਜਾਣਨਾ ਚਾਹੂੰਗਾ ਕਦੋਂ ਸੁਰਿੰਦਰ ਸਿੰਘ ਹੋਰੀ ਮਿਲੇ ਸੀ, ਕਿੰਨੇ ਦਿਨ ਤੁਹਾਡੇ ਨਾਲ ਰਹੇ, ਤੁਹਾਡੇ ਘਰ ਦੇ ਵਿੱਚ ਰਹੇ ਕਿ ਨਹੀਂ ਰਹੇ, ਤੁਸੀਂ ਘਰ ਦੇ ਵਿੱਚ ਕੰਮ ਕਰਵਾਇਆ ਕਿ ਨਹੀਂ ਕਰਵਾਇਆ? ਕਿਉਂਕਿ ਇਹ ਜਿਸ ਤਰੀਕੇ ਦਾ ਇਹ ਦਾਅਵਾ ਕਰਦੇ ਨੇ ਵੀ ਲੋਕ ਇਹ ਵੀ ਕਹਿ ਰਹੇ ਨੇ ਵੀ ਉਹਨਾਂ ਨੇ ਤੁਹਾਡੇ ਨਾਲ ਦੇਖੇ ਵੀ, ਉਹਨਾਂ ਨੂੰ ਵਾਪਸ ਆਉਂਦੇ ਵੀ। ਠੀਕ ਜੀ ਸਰ। ਸੁਰਿੰਦਰ ਸਿੰਘ ਹੋਰਾਂ ਨੂੰ ਤੁਹਾਡੇ ਨਾਲ ਦਿੱਲੀ ਤੋਂ ਵਾਪਸ ਆਉਂਦਿਆਂ ਵੀ ਦੇਖਿਆ ਨੇ, ਇਹ ਵੀ ਇਹ ਦਾਅਵਾ ਕਰਦਾ ਹੈ ਸੁਰਿੰਦਰ ਸਿੰਘ ਦੇ ਪਰਿਵਾਰ, ਜੋ ਉਹਨਾਂ ਦੇ ਰਿਸ਼ਤੇਦਾਰ ਨੇ, ਕਹਿੰਦੇ ਨੇ ਅਸੀਂ ਖੁਦ ਦੇਖਿਆ ਤੁਹਾਡੇ ਨਾਲ ਸੁਰਿੰਦਰ ਸਿੰਘ ਹੋਰਾਂ ਨੂੰ ਦਿੱਲੀ ਤੋਂ ਵਾਪਸ ਆਉਂਦੇ, ਔਰ ਧਰਨੇ ਦੇ ਵਿੱਚ ਵੀ ਤੁਹਾਡੇ ਨਾਲ ਹੀ ਉਹ ਸੀਗੇ ਰਹਿ ਰਹੇ। ਬਿਲਕੁਲ ਸਰ, ਮੈਂ ਇਹ ਗੱਲ ਨਾਲ ਐਗਰੀ ਹਾਂ। ਮੇਰੀ ਪਹਿਲਾਂ ਧਿਆਨ ਨਾਲ ਗੱਲ ਸੁਣੋ, ਤੁਸੀਂ ਮੇਰਾ ਪੱਖ ਸੁਣ ਲਓ। ਜੀ ਜੀ ਸਰ, ਮੇਰੀ ਤੁਸੀਂ ਹਮਦਰਦ ਤੋਂ ਤੁਸੀਂ ਵੀਰ ਜੀ ਜਿਹੜੇ ਬੋਲ ਰਹੇ ਆ, ਤੁਸੀਂ ਮੇਰੀ ਇੰਟਰਵਿਊ ਵਗੈਰਾ ਲਈ ਹੋਈ ਆ ਜਿੱਥੇ ਆਪਾਂ ਜੋੜੇ ਗੰਢਦੇ ਸੀਗੇ ਉਸ ਜਗ੍ਹਾ ਤੇ। ਜੀ ਮੈਂ ਉਹੀ ਗੁਰਦਿਆਲ ਸਿੰਘ ਫੌਜੀ ਹਾਂ। ਜੀ 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 ਉਸ ਟਾਈਮ ਵੀ ਉਹ ਵੀਰ ਸਾਡੇ ਕੋਲੇ ਹੀ ਸੇਵਾ ਕਰਦਾ ਸੀਗਾ ਜਿਸ ਟਾਈਮ ਤੁਸੀਂ ਮੇਰੀ ਇੰਟਰਵਿਊ ਲਈ ਸੀ। ਜੀ ਮੈਂ ਇਸ ਟਾਈਮ ਦੀ ਦਿੱਲੀ ਧਰਨੇ ਦੇ ਵਿੱਚ ਸੀ ਜੀ। ਸਰ, ਮੈਂ ਤੁਹਾਨੂੰ ਪੂਰੀ ਹਕੀਕਤ ਦੱਸਣੀ ਚਾਹੁੰਦਾ ਕਿ ਜਦੋਂ ਆਪਾਂ ਉੱਥੇ ਜੋੜਿਆਂ ਦੀ ਸੇਵਾ ਕਰਦੇ ਸੀ, ਇਹ ਸੁਰਿੰਦਰ ਸਿੰਘ ਔਰ ਇੱਕ ਇਹਦੇ ਨਾਲ ਸੀ ਮਨਜਿੰਦਰ ਸਿੰਘ, ਇਹ ਦੋ ਵੀਰ ਸਾਨੂੰ ਤਕਰੀਬਨ ਜਦੋਂ 26 ਜਨਵਰੀ ਤੋਂ 10-15 ਦਿਨ ਪਹਿਲਾਂ ਸਾਡੇ ਸੰਪਰਕ ਦੇ ਵਿੱਚ ਆਏ, ਜਦੋਂ ਆਪਾਂ ਕਿ ਜੋੜਿਆਂ ਦੀ ਸੇਵਾ ਕਰ ਰਹੇ ਜੀ। ਤੇ ਜੋੜਿਆਂ ਦੀ ਸੇਵਾ ਕਰੀ ਸੰਪਰਕ ਵਿੱਚ ਆਏ, ਸਾਡੇ ਕੋਲ ਉੱਥੇ ਜੋੜਿਆਂ ਦੀ ਸੇਵਾ ਕਰਦੇ ਰਹੇ ਆ। ਫਿਰ ਇਹ ਕਹਿੰਦੇ ਸਾਡੇ ਕੋਲ ਸੌਣ ਬਹਿਣ ਨੂੰ ਜਗ੍ਹਾ ਨਹੀਂ ਹੈਗੀ, ਇਹਨਾਂ ਨੂੰ ਇਹ ਗੱਲ ਕਹੀ ਕਿ ਸਾਡੀ ਟਰਾਲੀ ਖਾਲੀ ਆ, ਚਲ ਤੁਸੀਂ ਸਾਡੀ ਟਰਾਲੀ ਦੇ ਵਿੱਚ ਆ ਜਾਓ, ਲੇਟ ਜਾਓ। ਇਹ ਕਹਿੰਦੇ ਬਿਲਕੁਲ ਸਰ, ਅਸੀਂ ਤਾਂ ਤੁਹਾਨੂੰ ਇਹੋ ਗੱਲ ਕਹਿ ਰਹੇ ਕਿ ਸਾਨੂੰ ਇੱਥੇ ਰਹਿਣ ਦਿਓ, ਨਾਲੇ ਤੁਹਾਡੇ ਨਾਲ ਹੀ ਸੇਵਾ ਕਰਾਂਗੇ। ਅਸੀਂ ਬੜੇ ਖੁਸ਼ ਹੋਏ। ਇੱਕ ਬੰਦਾ ਇਹਨਾਂ ਨਾਲ ਅੰਮ੍ਰਿਤਧਾਰੀ ਸੁਰਿੰਦਰ ਸਿੰਘ, ਅੰਮ੍ਰਿਤਧਾਰੀ ਤਾਂ ਨਹੀਂ ਸੀ, ਲੇਕਿਨ ਇਹਦਾ ਰਵੱਈਆ ਸੀ ਉਹ ਅੰਮ੍ਰਿਤਧਾਰੀਆਂ ਵਰਗਾ ਹੀ ਸੀਗਾ ਜੀ। ਨਾ ਕੋਈ ਮੀਟ ਸ਼ਰਾਬ ਆਂਡਾ ਐਰਾ ਵਗੈਰਾ ਇਹ ਕਰਦਾ ਕੁਛ ਨਹੀਂ ਰਿਹਾ ਵਗੈਰਾ, ਸਿੰਪਲ ਰੋਟੀ ਵਾਲਾ ਬੰਦਾ ਜੀ। ਫਿਰ ਵੀਰ ਜੀ ਤਕਰੀਬਨ 14-15 ਦਿਨ ਸਾਡੇ ਕੋਲ ਦਿੱਲੀ ਦੇ ਵਿੱਚ ਰਹੇ ਆ। ਸਾਡੇ ਨਾਲ ਬੜਾ ਸੋਹਣਾ ਇਹਨਾਂ ਦਾ ਵਰਤਾਰਾ ਰਿਹਾ ਆ, ਬੜੇ ਪਿਆਰ ਨਾਲ ਸਾਡੇ ਕੋਲੇ ਰਹੇ ਆ। 26 ਜਨਵਰੀ ਵਾਲੇ ਦਿਨ ਵੀ ਆਪਾਂ ਇਕੱਠੇ ਹੀ ਰਹੇ ਆ ਸਾਰਾ ਦਿਨ। ਸ਼ਾਮ ਨੂੰ ਆਪਾਂ ਇਕੱਠੇ ਸੁੱਤੇ ਆ। ਸੌਣ ਤੋਂ ਬਾਅਦ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ 26 ਜਨਵਰੀ ਤੋਂ ਅਗਲੇ ਦਿਨ ਮੈਂ ਕਿਹਾ ਵੀ ਸੁਰਿੰਦਰ ਸਿੰਘ ਨੂੰ, ਮੈਂ ਕਿਹਾ ਸਾਰਿਆਂ ਨੂੰ, ਮੈਂ ਕਿਹਾ ਭਾਈ ਜਿੰਨੇ ਇੱਥੇ ਰਹਿਣਾ ਸੇਵਾ ਵਾਸਤੇ ਰਹਿ ਸਕਦਾ ਆ, ਮੈਨੂੰ ਘਰੇ ਕੋਈ ਪ੍ਰੋਬਲਮ ਹੈ ਇਸ ਕਰਕੇ ਮੈਨੂੰ ਜ਼ਰੂਰੀ ਘਰ ਜਾਣਾ ਆ। ਤੇ ਮੈਂ ਟਰੈਕਟਰ ਟਰਾਲੀ ਲੈ ਕੇ ਚੱਲਿਆ ਵਾਂ। ਮੈਂ 25 ਫਰਵਰੀ ਨੂੰ ਵਾਪਸ ਆਵਾਂਗਾ। ਸਾਡੇ ਪਿੰਡੋਂ ਜਦੋਂ ਜਥਾ ਆਇਆ ਜੀ, ਇਹਨਾਂ ਨੇ ਮੈਨੂੰ ਸੁਰਿੰਦਰ ਸਿੰਘ ਜੀ ਕਹਿੰਦਾ ਕਿ ਨਹੀਂ ਯਾਰ ਤੂੰ ਮੇਰਾ ਭਰਾ ਬਣਿਆ, ਤੈਨੂੰ ਤੇ ਏਦਾਂ ਕਿ ਅਸੀਂ ਇਕੱਠੇ ਰਹੇ ਆ, ਵੇਖ ਫੌਜੀਆ, ਤੇ ਤੂੰ ਵੀ ਸਿਆਣਾ ਪੈਣਾ, ਮੈਂ ਵੀ ਸਿਆਣਾ ਪੈਣਾ, ਤੇ ਮੈਂ ਵੀ ਸੰਘਰਸ਼ ਦੇ ਵਿੱਚ ਆ, ਤੂੰ ਵੀ ਸੰਘਰਸ਼ ਦੇ ਵਿੱਚ ਆ, ਤੇ ਏਦਾਂ ਕਰ ਤੂੰ ਇਕੱਲਾ ਨਾ ਜਾ, ਮੈਂ ਤੇਰੇ ਨਾਲ ਜਾਣਾ। ਮੈਂ ਇਹਨੂੰ ਕਿਹਾ ਵੀ ਮੈਂ ਨਹੀਂ ਯਾਰ, ਸੰਗਤ ਬੜੀ ਆ ਮੇਰੇ ਨਾਲ, ਰਸਤੇ ਤੋਂ ਚੜ ਜਾਣੇ, ਕੋਈ ਇੱਥੋਂ ਮੈਂ ਜਦੋਂ ਕਿਲੋਮੀਟਰ ਅੱਗੇ ਗਏ ਇਲਾਕੇ ਦੇ ਬੰਦੇ ਬੜੇ ਮਿਲ ਜਾਣੇ ਆ। ਤੇ ਮੈਨੂੰ ਕਹਿੰਦਾ ਨਹੀਂ ਯਾਰ ਕੋਈ ਗੱਲ ਨੀ, ਇਕੱਠੇ ਚੱਲਦੇ ਆ ਤੇ ਮੈਂ ਤੇਰੇ ਨਾਲ ਵਾਪਸ ਆ ਜਾਊਂਗਾ। ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਠੀਕ ਆ, ਓਕੇ ਦੋਸਤ, ਯਾਰ ਜਾਣਾ ਤੇ ਆ ਜਾ, ਫਿਰ ਕੀ ਹੋ ਗਿਆ ਜੀ। ਸਾਡੇ ਨਾਲ ਤਿਆਰ ਹੀ ਇੰਨਾ ਸੀ, ਇਹਨਾਂ ਦਾ ਇਕੱਠੇ ਰਹੇ। ਜਦੋਂ ਇੱਥੋਂ ਮੇਰੇ ਨਾਲ ਉਹ ਚੱਲਿਆ ਆ, ਆਪਾਂ ਜਦੋਂ ਵਾਪਸ ਤਕਰੀਬਨ ਅੱਧਾ ਕਿਲੋਮੀਟਰ ਅੱਗੇ ਆਣ ਕੇ ਆ, ਜਿਹੜੇ ਮਾਸਟਰ ਜੀ ਆ ਸਰਦਾਰ ਨਰਿੰਦਰ ਸਿੰਘ ਜੀ ਕੋਟਲਾ ਬਾਮਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਜਨਰਲ ਸਕੱਤਰ ਜੀ, ਇਹ ਉਹਨਾਂ ਦੇ ਦਫ਼ਤਰ ਆ। ਮੈਂ ਕਹਾਂ ਫੌਜ ਚੋਂ ਰਿਟਾਇਰ ਆਇਆ ਆ। ਉਸ ਤੋਂ ਬਾਅਦ ਦੇ ਵਿੱਚ ਮੈਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਬਲਾਕ ਪ੍ਰਧਾਨ ਆ ਸ੍ਰੀ ਹਰਗੋਬਿੰਦਪੁਰ ਤੋਂ। ਤੇ ਉਸ ਤੋਂ ਬਾਅਦ ਵਿੱਚ ਮੈਂ ਇੱਥੇ ਮੀਟਿੰਗ ਵਾਸਤੇ ਇਹਨਾਂ ਦੇ ਮਾਸਟਰ ਦੇ ਕੋਲ ਆਂਦਾ ਹੁੰਦਾ ਸੀ। ਜਾਣ ਲੱਗਿਆ ਜਦੋਂ ਆਪਾਂ ਦਿੱਲੀ ਤੋਂ ਤੁਰੇ, ਇਹਨਾਂ ਦੇ ਮਾਸਟਰ ਨੂੰ ਅਸੀਂ ਮਿਲ ਕੇ ਗਏ ਆ। ਫਿਰ ਇਹਦੇ ਮਾਸਟਰ ਨੂੰ ਮੈਂ ਦੱਸਿਆ ਵੀ ਤੁਹਾਡਾ ਇਹ ਭਾਜੀ ਨਾ ਬੰਦਾ ਸਿੰਦਾ ਸਿੰਘ ਜੀ ਮੇਰੇ ਨਾਲ ਜਾ ਰਿਹਾ। ਉਹ ਮੈਨੂੰ ਕਹਿੰਦਾ ਸੁਰਿੰਦਰ ਸਿੰਘ ਜੀ, ਗੁਰਦਿਆਲ ਸਿੰਘ ਜੀ ਮਾਫ ਕਰਨਾ, ਮੈਂ ਤੁਹਾਡਾ ਗੱਲ ਰੋਕ ਰਿਹਾ। ਮੈਨੂੰ ਇਸ ਗੱਲ ਦਾ ਜਵਾਬ ਦਿਓ, ਜਦੋਂ ਤੁਹਾਡੇ ਕੋਲ ਸੁਰਿੰਦਰ ਸਿੰਘ ਰਹੇ, ਕਿੰਨੇ ਦਿਨ ਰਹੇ ਤੁਹਾਡੇ ਕੋਲ, ਪਿੰਡ ਰਹੇ, ਤੁਹਾਡੇ ਘਰ ਦੇ ਵਿੱਚ ਰਹੇ ਨੇ? ਹੈਲੋ, ਹਾਂਜੀ ਹਾਂਜੀ ਸਰ। ਮੈਂ ਕਿਹਾ ਜੀ ਗੁਰਦਿਆਲ ਸਿੰਘ ਤੁਹਾਡੇ ਘਰ ਦੇ ਵਿੱਚ, ਗੁਰਦਿਆਲ ਸਿੰਘ ਜੀ ਸੁਰਿੰਦਰ ਸਿੰਘ ਤੁਹਾਡੇ ਘਰ ਦੇ ਵਿੱਚ ਰਹੇ ਨੇ ਵਾਪਸ ਆ ਕੇ ਦਿੱਲੀ? ਬਿਲਕੁਲ ਰਹੇ ਸਰ, ਝੂਠ ਨਹੀਂ। ਮੈਂ ਅੰਮ੍ਰਿਤਧਾਰੀ ਸਿੰਘ ਹਾਂ, ਮੈਂ ਇੱਕ ਪਲ ਵੀ ਝੂਠ ਨਹੀਂ ਬੋਲਾਂ, ਮੇਰੇ ਕੋਲ ਰਹੇ ਸਰ। ਤੁਸੀਂ ਗੁਰਦਿਆਲ ਸਿੰਘ ਜੀ ਜਾਣਕਾਰੀ ਦਿੱਤੀ ਪਰਿਵਾਰ ਨੂੰ ਵੀ ਤੁਹਾਡਾ ਬੰਦਾ ਮੇਰੇ ਕੋਲ ਹੈ? ਕੋਸ਼ਿਸ਼ ਕੀਤੀ ਪਰਿਵਾਰ ਨਾਲ ਸੰਪਰਕ ਕਰਨ ਦੀ? ਇਹਨਾਂ ਦੇ ਨਾਲ ਜੀ ਨਹੀਂ, ਇਹਨਾਂ ਦੇ ਪਰਿਵਾਰ ਨਾਲ ਮੈਂ ਬਿਲਕੁਲ ਕੋਈ ਸੰਪਰਕ ਨਹੀਂ ਕੀਤਾ, ਕਿਉਂਕਿ ਸੁਰਿੰਦਰ ਸਿੰਘ ਅਕਸਰ ਹੀ ਗੱਲਬਾਤ ਕਰਦਾ ਰਹਿੰਦਾ ਸੀ। ਫਿਰ 5-6 ਦਿਨ ਮੇਰੇ ਘਰੇ ਰਹਿਣ ਤੋਂ ਬਾਅਦ ਸੁਰਿੰਦਰ ਸਿੰਘ ਫਿਰ ਘਰੋਂ ਮਿਲਣ ਵਾਸਤੇ ਆਇਆ ਤੇ ਮੈਂ ਆਪਣੇ ਘਰਦਿਆਂ ਨੂੰ ਮਿਲਣ ਚੱਲਿਆ। ਮੇਰੇ ਘਰੇ ਤਾਂ ਰਿਹਾ ਕਿਉਂਕਿ ਮੇਰੇ ਪਿੰਡ ਸੀਗਾ ਨਗਰ ਕੀਰਤਨ ਗੁਰਦੁਆਰਾ ਬਾਬਾ ਰਾਮ ਤਮਨ ਸਾਹਿਬ,
ਤੇ ਇਹਨੂੰ ਮੈਂ ਕਿਹਾ ਵੀ ਨਗਰ ਕੀਰਤਨ ਦੇਖ ਕੇ ਜਾਂਦਾ, ਮੈਂ ਨਗਰ ਕੀਰਤਨ ਦੇਖ ਕੇ ਜਾਊਂ, ਮੈਂ ਕੋਈ ਗੱਲ ਨਹੀਂ। ਫਿਰ 25 ਤਰੀਕ ਤੋਂ ਇੱਕ ਹਫ਼ਤਾ ਪਹਿਲਾਂ ਫਿਰ ਮੇਰੇ ਕੋਲ ਆਇਆ ਤੇ 25 ਤਰੀਕ ਨੂੰ ਆਪਾਂ ਦੋਨਾਂ ਨੇ ਦਿੱਲੀ ਜਾਣਾ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਜਾਣਾ ਆ। 25 ਤਰੀਕ ਨੂੰ ਮੈਨੂੰ ਇਹ ਕਹਿੰਦਾ ਕਿ ਯਾਰ ਚੱਲੀਏ। ਮੈਂ ਕਿਹਾ ਮੈਂ 25 ਨੂੰ ਨਹੀਂ ਜਾ ਸਕਦਾ, ਮੇਰੇ ਘਰੇ ਪ੍ਰੋਬਲਮ ਯਾਰ, ਮੇਰਾ ਹੱਲ ਨਹੀਂ ਹੋਇਆ, ਮੈਂ ਰੁਕ ਕੇ ਜਾਣਾ। ਕਹਿੰਦਾ ਯਾਰ ਜੇ ਤੂੰ ਰੁਕ ਕੇ ਜਾਣਾ ਹੈ ਨਾ ਤੇ ਫਿਰ ਏਦਾਂ ਕਰ ਮੇਰਾ ਭਰਾ ਯਾਰ, ਮੈਨੂੰ ਦਿੱਲੀ ਭੇਜ ਦੇ, ਮੈਂ ਜਾਣਾ ਵਾ। ਤੇ ਮੈਂ ਇਹਨੂੰ ਕਿਹਾ ਵੀ ਠੀਕ ਆ, ਓਕੇ ਯਾਰ। ਮੈਂ ਆਪਣੇ ਕੋਲੋਂ ਇਹਨੂੰ ਕਿਰਾਇਆ ਦਿੱਤਾ ਵਾ 500 ਰੁਪਇਆ। ਫਿਰ ਇਹਨੇ ਲਾਈਟਾਂ ਵਾਲੇ ਚੌਂਕ ਤੋਂ ਬੱਸ ਫੜੀ ਆ। ਮੈਂ ਇਹਨੂੰ ਇਹ ਗੱਲ ਕਹੀ ਕਿ ਆਪਣੇ ਮਾਸਟਰ ਨਾਲ ਜਾ ਕੇ ਮੇਰੀ ਗੱਲ ਕਰਾਈ, ਜਿਹਨੇ ਤੈਨੂੰ ਮੇਰੇ ਨਾਲ ਭੇਜਿਆ ਵਾ। ਪਰ ਤੁਸੀਂ ਹਾਂ ਗੁਰਜਾਲ ਸਿੰਘ ਜੀ, ਤੁਸੀਂ ਵੀ ਇੱਕ ਜ਼ਿੰਮੇਵਾਰੀ ਨਿਭਾ ਕੇ ਆਏ ਹੋ ਦੇਸ਼ ਦੇ ਲਈ, ਬਾਰਡਰਾਂ ਦੇ ਉੱਤੇ ਦੇਸ਼ ਦੀ ਰਾਖੀ ਕਰਕੇ ਆਏ ਹੋ, ਜ਼ਿੰਮੇਵਾਰ ਇਨਸਾਨ ਹੋ, ਸੇਵਾਵਾਂ ਕਰ ਰਹੇ ਨੇ, ਬਹੁਤ ਚੰਗੀ ਗੱਲ ਹੈ। ਪਰ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਸੰਪਰਕ ਕਰਨਾ ਚਾਹੀਦਾ ਸੀ ਪਰਿਵਾਰ ਦੇ ਨਾਲ? ਇੱਕ ਅਗਿਆਤ ਇਨਸਾਨ ਤੁਹਾਡੇ ਘਰ ਦੇ ਵਿੱਚ ਆ ਕੇ ਰਹਿ ਜਾਂਦਾ ਹੈ ਔਰ ਜਿਹਨੂੰ ਤੁਸੀਂ ਜਾਣਦੇ ਪਛਾਣਦੇ ਨਹੀਂ, ਧਰਨੇ ਦੇ ਵਿੱਚ ਮੁਲਾਕਾਤ ਹੁੰਦੀ, ਬਹੁਤ ਸਾਂਝੀਵਾਲਤਾ ਦਾ ਸੰਦੇਸ਼ ਹੈ ਉੱਥੇ, ਸਾਰਾ ਭਾਈਚਾਰਾ ਇਕੱਠਾ ਹੋਇਆ, ਸਾਰਾ ਮੁਲਕ ਇੱਕ ਮੰਚ ਦੇ ਉੱਤੇ ਇਕੱਠਾ ਹੋਇਆ। ਸਰ ਮੈਂ ਹਰਿਆਣੇ ਖੁਦ ਕਬੀਰ ਦੇ ਘਰ 5-6 ਦਿਨ ਰਹਿ ਕੇ ਆਇਆ ਸਰ। ਪਰ ਤੁਹਾਨੂੰ ਲੱਗਦਾ ਨਹੀਂ? ਹਾਂ ਜਗ੍ਹਾ ਦੇ ਬੰਦੇ ਇੱਕ ਦੂਜੇ ਦੇ ਘਰ ਜਾ ਰਹੇ ਜੀ ਜੀ ਰਹਿ ਕੇ ਗਏ ਮੋਟੇ, ਤੁਹਾਨੂੰ ਸਾਰਾ ਪਤਾ ਜੀ। ਪਰ ਗੁਰਜਾਲ ਸਿੰਘ ਜੀ, ਤੁਹਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਪਰਿਵਾਰ ਦੇ ਨਾਲ ਇੱਕ ਵਾਰ ਸੰਪਰਕ ਕਰਨਾ ਚਾਹੀਦਾ ਸੀ ਵੀ ਇਹ ਸ਼ਖਸ ਕਿਹੜੇ ਪਿੰਡ ਦਾ ਹੈ, ਇਸ ਸ਼ਖਸ ਦੇ ਪਿੱਛੇ ਪਰਿਵਾਰ ਦੇ ਹਾਲਾਤ ਕੀ ਨੇ, ਇਹ ਸ਼ਖਸ ਮੇਰੇ ਕੋਲ ਇੰਨੇ ਦਿਨ ਰਿਹਾ, ਮੈਂ ਤੇ ਘੱਟੋ ਘੱਟ ਪਰਿਵਾਰ ਨੂੰ ਦੱਸ ਦੇਵਾਂ। ਜੇ ਕੋਈ ਹਵੀ ਨਵੀ ਕੱਲ ਨੂੰ ਹੋ ਜਾਂਦੀ ਹੈ, ਕੋਈ ਗੱਲਬਾਤ ਇਦਾਂ ਦੀ ਹੋ ਜਾਂਦੀ ਹੈ ਜੋ ਹੁਣ ਸਥਿਤੀ ਬਣੀ ਹੋਈ ਹੈ, ਤੁਹਾਨੂੰ ਲੱਗਦਾ ਤੁਹਾਨੂੰ ਦੱਸਣਾ ਚਾਹੀਦਾ ਸੀ ਪਰਿਵਾਰ ਨੂੰ? ਬਿਲਕੁਲ ਸਰ, ਅਗਰ ਇਹ ਮੈਨੂੰ ਧਰਨੇ ਦੇ ਵਿੱਚ 15-20 ਦਿਨ ਮੇਰੇ ਨਾਲ ਰਿਹਾ, ਫਿਰ ਘਰ ਵੀ ਮੇਰੇ ਕਰਦਾ ਰਿਹਾ, ਜਿਹਦੇ ਮੈਨੂੰ ਆਪਣੇ ਪਰਿਵਾਰ ਦੇ ਬਾਰੇ ਕੁਝ ਬਾਰੀ ਗਾਹੀ ਸੀ ਦੱਸਦਾ, ਜਾਂ ਆਪਣੇ ਪਰਿਵਾਰ ਦੇ ਬਾਰੇ ਦੱਸਦਾ ਕਿ ਮੇਰੀ ਐਸੀ ਕੋਈ ਕਹਾਣੀ ਆਇਆ, ਕੋਈ ਇਹੋ ਜਿਹੀ ਗੱਲਬਾਤ ਆ, ਤੇ ਮੈਂ ਜ਼ਰੂਰ ਸੰਪਰਕ ਕਰਦਾ। ਜਦੋਂ ਇਹਦੇ ਮਾਸਟਰ ਜੀ ਮੈਨੂੰ ਉੱਥੇ ਮਿਲੇ, ਉਹਨਾਂ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹਦੇ ਬਾਰੇ। ਚੰਗਾ ਬੰਦਾ, ਵਧੀਆ ਬੰਦਾ, ਮੇਰੇ ਨਾਲ ਬੜਾ ਸੋਹਣਾ ਰਿਹਾ। ਮੈਂ ਵੀ ਅਮਰਧਾਰੀ ਸੀ, ਇਹ ਵੀ ਬੜਾ ਸੋਹਣਾ ਮੇਰੇ ਨਾਲ ਹੱਸਿਆ। ਪਰ ਗੁਰਦਿਆਲ ਸਿੰਘ ਜੀ ਸਵਾਲ ਉੱਥੇ ਅੜ ਜਾਂਦਾ ਆ ਕਿ ਵੀ ਇੱਕ ਸ਼ਖਸ ਨੂੰ ਤੁਸੀਂ ਪਹਿਲੀ ਵਾਰੀ ਮਿਲਦੇ ਹੋ ਜ਼ਿੰਦਗੀ ਦੇ ਵਿੱਚ ਔਰ ਉਹਨੂੰ ਹਫ਼ਤਾ 10 ਦਿਨ ਲਈ ਆਪਣੇ ਘਰ ਦੇ ਵਿੱਚ ਰੱਖਦੇ ਹੋ, ਪਰ ਉਹਦੀ ਇਨਕੁਆਇਰੀ ਕੋਈ ਨਹੀਂ ਕਰਦੇ ਹੋ, ਫੌਜ ਦੇ ਵਿੱਚੋਂ ਰਿਟਾਇਰਡ ਹੋ ਤੁਸੀਂ, ਫਿਰ ਲੱਗਦਾ ਨਹੀਂ ਕਮੀ ਰਹੀ ਹੈ ਉਸ ਗੱਲ ਦੀ? ਤੁਹਾਨੂੰ ਸੰਪਰਕ ਕਰਨਾ ਨਹੀਂ ਚਾਹੀਦਾ ਸੀ ਪਰਿਵਾਰ ਦੇ ਨਾਲ? ਬਿਲਕੁਲ ਸਰ, ਕਰਨਾ ਚਾਹੀਦਾ, ਮੈਂ ਕਹਿ ਰਿਹਾ ਕਰਨਾ ਚਾਹੀਦਾ ਸੀ, ਲੇਕਿਨ ਮੈਂ ਤਾਂ ਸਿਰਫ ਇੱਕ ਭਰਾ ਬਣਾਉਣ ਦੇ ਚੱਕਰ ਦੇ ਵਿੱਚ ਭਰਾਵਾਂ ਤੌਰ ਤੇ ਆਇਆ, ਉਹਦੇ ਨਾਲ ਭਰਾਵਾਂ ਤੌਰ ਤੇ ਰੱਖਿਆ। ਮੈਨੂੰ ਇਹਦੇ ਵਿੱਚ ਇਹਨਾਂ ਦੀ ਕਹਾਣੀ ਦਾ ਪਤਾ ਹੀ ਨਹੀਂ ਸੀ ਕਿ ਇਹ ਬੰਦਾ ਘਰੋਂ ਕੋਈ ਆਪਣੀ ਮਿਸਜ ਦੇ ਨਾਲ ਜਾਂ ਬੱਚਿਆਂ ਦੇ ਨਾਲ ਲੜਾਈ ਝਗੜਾ ਕਰਕੇ ਪਿਛਲੇ 2-2.5 ਮਹੀਨਿਆਂ ਤੋਂ ਗੈਪ ਹੈ। ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਵੀਰ। ਜਦੋਂ ਇਹਨਾਂ ਨੇ ਮੈਨੂੰ ਦੱਸਿਆ, ਮੇਰੇ ਘਰ ਨਾਲ ਸੰਪਰਕ ਕੀਤਾ, ਮੇਰੇ ਘਰੇ ਆਏ ਆ, ਅਗਲੇ ਦਿਨ ਹੀ ਮੈਂ ਸਿੱਧਾ ਦਿੱਲੀ ਪਹੁੰਚਿਆ। ਦਿੱਲੀ ਆਣ ਕੇ ਉਹਨਾਂ ਜਗ੍ਹਾ ਤੇ ਦੇਖਿਆ ਜਿੰਨਾ ਜਗ੍ਹਾ ਮੇਰੇ ਨਾਲ ਰਹਿੰਦਾ ਸੀਗਾ। ਮੈਂ ਬਕਾਇਦਾ ਲੌਸਮੈਂਟਾਂ ਇੱਥੇ ਕਰਵਾਈਆਂ ਨੇ, ਬਕਾਇਦਾ ਮੈਂ ਆਪਣੀ ਵੱਲੋਂ ਵੀਡੀਓ ਬਣਾ ਪਾਈਆਂ ਨੇ ਕਿ ਵੀਰ ਜਿੱਥੇ ਵੀ ਹੈਗਾ ਯਾਰ ਜਲਦੀ ਤੋਂ ਜਲਦੀ ਸੰਪਰਕ ਕਰੇ। ਭਰਾ ਉਹ ਵੀਰ ਇੰਨਾ ਚੰਗਾ ਆ ਕਿ ਨਾ ਉਹ ਮੀਟ ਖਾਵੇ, ਨਾ ਸ਼ਰਾਬ ਪੀਵੇ, ਨਾ ਚੁਗਲੀ ਕਰੇ, ਬੜਾ ਚੰਗਾ ਤੇ ਬੜਾ ਸੱਚਾ ਬੰਦਾ ਯਾਰ, ਬਿਲਕੁਲ ਦਿਮਾਗੀ ਬੰਦਾ ਯਾਰ, ਠੀਕ ਠਾਕ ਬੰਦਾ ਹੈ। ਉਹਦੇ ਵਿੱਚ ਕੋਈ ਇਹ ਥੋੜਾ ਜਿਹਾ ਉਹਨੂੰ ਕਹਿੰਦੇ ਬੰਨ ਕੇ ਰੱਖਿਆ ਹੈ ਜਾਂ ਕੈਦ ਦੇ ਅੰਦਰ ਰੱਖਿਆ, ਬੜਾ ਸੋਹਣਾ ਯਾਰ। ਮੇਰੇ ਨਾਲ ਮੈਂ ਮੀਟਿੰਗ ਕਰਨ ਵਾਸਤੇ ਪਿੰਡ ਆ ਕੇ ਮੀਟਿੰਗ ਹੋਈ, ਸਾਡੇ ਪਿੰਡ ਦੀ ਰੈਲੀ ਹੋਈ, ਉੱਥੇ ਮੇਰੇ ਨਾਲ ਗਿਆ। ਫਿਰ ਨਗਰ ਕੀਰਤਨ ਦੇ ਵਿੱਚ ਉਹਦੇ ਸਕੇ ਮਾਮੇ ਦਾ ਮੁੰਡਾ ਉਹਨੂੰ ਮਿਲਿਆ ਜੱਫੀਆਂ ਪਾ ਕੇ ਇੱਥੋਂ ਸੰਗਰਾਮਾਂ ਤੋਂ। ਤਾਂ ਫਿਰ ਮੈਨੂੰ ਲੱਗਦਾ ਵੀ ਤੁਹਾਨੂੰ ਦੱਸਣਾ ਚਾਹੀਦਾ ਸੀ, ਜੋ ਮੈਨੂੰ ਮਹਿਸੂਸ ਹੋ ਰਿਹਾ, ਤੁਹਾਨੂੰ ਇਹਨਾਂ ਦੇ ਪਰਿਵਾਰ ਨਾਲ ਦੱਸਣਾ ਚਾਹੀਦਾ ਵੀ ਵਾਕਈ ਇਹ ਬੰਦਾ ਜੈਨੂਨ ਹੈਗਾ ਕਿ ਨਹੀਂ ਹੈਗਾ। ਨੋ ਡਾਊਟ ਅਸੀਂ ਕਿਸੇ ਨੂੰ ਮਿਲਦੇ ਹਾਂ, ਉਹਦੇ ਆਦਤਾਂ ਕਈ ਵਾਰ ਸਾਨੂੰ ਚੰਗੀਆਂ ਲੱਗ ਜਾਂਦੀਆਂ ਨੇ, ਜਾਂ ਉਸ ਸ਼ਖਸ ਦੇ ਜੋ ਕੰਮਕਾਰ ਹੁੰਦੇ ਨੇ, ਸੇਵਾਵਾਂ ਚੰਗੀਆਂ ਲੱਗ ਜਾਂਦੀਆਂ ਨੇ, ਪਰ ਲੱਗਦਾ ਨਹੀਂ ਵੀ ਤੁਹਾਨੂੰ ਦੱਸਣਾ ਜ਼ਰੂਰ ਚਾਹੀਦਾ ਸੀਗਾ। ਤੁਹਾਡੇ ਤੋਂ ਇਹ ਗਲਤੀ ਹੋਈ ਹੈ, ਤੁਸੀਂ ਦੱਸਿਆ ਕਿਉਂ ਨਹੀਂ? ਅੱਜ ਜੋ ਲਾਪਤਾ ਤੇ ਸਭ ਤੋਂ ਵੱਡੇ ਇਲਜ਼ਾਮ ਵੀ ਤੁਹਾਡੇ ਤੇ ਲੱਗ ਰਹੇ ਨੇ ਇਸੇ ਕਾਰਨ ਕਰਕੇ। ਦੇਖੋ ਵੀਰ ਜੀ, ਜੇ ਤੁਸੀਂ ਆਗਲ ਕਹਿੰਦੇ ਦੱਸਣਾ ਚਾਹੀਦਾ ਸੀ, ਦੱਸਣਾ ਚਾਹੀਦਾ, ਦੂਰ ਦੱਸਣਾ ਚਾਹੀਦਾ। ਨਾਲੇ ਬਾਰ-ਬਾਰ ਕਿ ਮੈਨੂੰ ਦੱਸਣਾ ਚਾਹੀਦਾ ਸੀ। ਜਦੋਂ ਇਹਦੇ ਸਕੇ ਮਾਸਟਰ ਜੀ ਦੇ ਨਾਲ ਮੇਰਾ ਸੰਪਰਕ ਹੋ ਗਿਆ ਇੱਥੇ ਦਿੱਲੀ, ਉਹਨੇ ਮੈਨੂੰ ਸਭ ਕੁਝ ਦੱਸ ਦਿੱਤਾ। ਇਹ ਬੰਦਾ ਫਲਾਣੇ ਪਿੰਡ ਦਾ ਆ, ਫਲਾਣੇ ਜਗ੍ਹਾ ਜਿਹੜਾ ਇਹ ਆ, ਮੇਰਾ ਇਹਦੇ ਨਾਲ ਆ ਰਿਸ਼ਤੇਦਾਰੀ ਆ। ਇਹਨਾਂ ਦੱਸਣਾ ਕੀ ਠੀਕ ਸਮਝਿਆ ਇਹਦੇ ਵਾਸਤੇ? ਕੀ ਉਹਦਾ ਪਰਿਵਾਰ ਦਾ ਨਹੀਂ ਆ? ਕਿ ਨਰਿੰਦਰ ਸਿੰਘ ਕੋਟਲਾ ਬਾਮਾ ਇਹਦਾ ਮਾਸਟਰ ਨਹੀਂ ਆ? ਜਿਨ੍ਹਾਂ ਨਾਲ ਮੈਂ ਸੰਪਰਕ ਕਰਕੇ ਤੇ ਨਾਲ ਗਿਆ, ਮੈਂ ਕਿਉਂ ਇਹਦੇ ਪੋਤਲੇ ਫੜੋਣਾ, ਕਿਉਂ ਇਹਦੇ ਆਂਡੀਆਂ ਗਵਾਂਡੀਆਂ ਤੱਕ ਜਾਵਾਂ? ਜਦੋਂ ਮੈਨੂੰ ਉਹਨੇ ਜਿਹਨੇ ਇੱਥੋਂ ਜਦੋਂ ਹੀ ਮਿਲ ਕੇ ਗਏ ਆ, ਬਕਾਇਦਾ ਬੈਚ ਲੈ ਕੇ ਤੁਸੀਂ ਸਪੁਰਦ ਕਰ ਦਿੰਦੇ ਉਹਨਾਂ ਦੇ ਮਾਸੜ ਦੇ, ਉਹਨਾਂ ਨੂੰ ਸੁਰਿੰਦਰ ਸਿੰਘ ਨੂੰ ਤੁਸੀਂ ਉਹਨਾਂ ਦੇ ਸਪੁਰਦ ਕਰ ਦਿੰਦੇ, ਤੁਸੀਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਰਿਸ਼ਤੇਦਾਰ ਸੀਗੇ? ਹਾਂਜੀ, ਤੁਸੀਂ ਉਹਨਾਂ ਦੇ ਸਪੁਰਦ ਕਰ ਦਿੰਦੇ ਉਹਨਾਂ ਨੂੰ, ਸੁਰਿੰਦਰ ਸਿੰਘ ਨੂੰ? ਹਾਂ ਮੇਰੀ ਗੱਲ, ਹਾਂ ਜਦੋਂ ਮੈਂ ਉੱਥੋਂ ਚੜਾਇਆ ਆ, ਜਦੋਂ ਇਹ ਉੱਥੇ ਚੜਿਆ ਆ ਟਾਂਡੇ ਤੋਂ ਬੱਸ ਨੂੰ ਦਿੱਲੀ ਨੂੰ, ਉਦੋਂ ਉਹਨਾਂ ਨਾਲ ਸੰਪਰਕ ਕੀਤਾ ਮੈਂ ਵੀ ਇੱਥੇ ਬੰਦਾ ਭੇਜ ਦਿੱਤਾ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਇੱਥੇ ਬੰਦਾ ਨਹੀਂ ਪਹੁੰਚਿਆ। ਫਿਰ ਮੈਂ ਇੱਥੇ ਦਿੱਲੀ ਆਇਆ, ਦਿੱਲੀ ਆਣ ਕੇ ਫਿਰ ਮੈਂ ਉਹਨਾਂ ਨੇ ਨਾਲ ਸੰਪਰਕ ਕੀਤਾ। ਉਹਨਾਂ ਨੇ ਕਿਹਾ ਵੀ ਬੰਦਾ ਇੱਥੇ ਹੀ ਆ ਕਿਤੇ ਯਾਰ, ਧਰਨੇ ਦੇ ਵਿੱਚ ਕਿਹਦੀ ਟਰਾਲੀ 'ਚ ਬੈਠਾ ਆ, ਇੱਥੇ ਤੁਰਿਆ ਫਿਰਦਾ, ਪਰਸੋਂ ਚੌਥਾ ਨੇ ਹਜ਼ੂਰ ਸਾਹਿਬ ਮੈਂ ਲੰਗਰ ਤੋਂ ਖਾਣਾ ਖਾਦਾ, ਕੋਈ ਗੱਲ ਨਹੀਂ, ਚਿੰਤਾ ਨਾ ਕਰ, ਉਹ ਬੰਦਾ ਯਾਰ ਏਦਾਂ ਹੀ ਆ, ਤੂੰ ਕਿਉਂ ਚਿੰਤਾ ਕਰ ਰਿਹਾ? ਮੈਂ ਕਿਹਾ ਮੈਂ ਚਿੰਤਾ ਕਾਹਤੋਂ ਕਰਨੀ ਯਾਰ, ਮੈਂ ਸੱਚਾ ਆ, ਆਪਣੇ ਦਿਲੋਂ ਸੱਚਾ ਆ, ਮੈਂ ਕੋਈ ਉਹਨੂੰ ਜਿੱਦੀ ਨਾਲ ਨਹੀਂ ਖੜਿਆ। ਮੈਂ ਆਪਣੀ ਯੂਨੀਅਨ ਦਾ ਪ੍ਰਧਾਨ ਵੀ ਆ, ਮੈਂ ਫੌਜ ਚੋਂ ਰਿਟਾਇਰ ਵੀ ਆ, ਪੜ੍ਹਿਆ ਲਿਖਿਆ, ਮੈਂ ਕੋਈ ਇਹੋ ਜਿਹੀ ਗਲਤੀ ਕਰਨ ਵਾਲਾ ਨਹੀਂ ਆ ਯਾਰ। ਉਹਨੂੰ ਮੇਰੀ ਉਹਨਾਂ ਕੋਈ ਦੁਸ਼ਮਣੀ ਸੀ ਜਾਂ ਮੇਰਾ ਉਹਨਾਂ ਕੋਈ
ਰਿਸ਼ਤੇਦਾਰੀ ਜਿਹੜਾ ਮਤਲਬ ਕੋਈ ਪੁਰਾਣਾ ਵੈਰ ਕੱਢਣਾ ਸੀ। ਅੱਛਾ, ਕੰਮ ਕਰਵਾਇਆ ਤੁਸੀਂ ਆਪਣੇ ਘਰ ਦੇ ਵਿੱਚ? ਕਹਿੰਦੇ ਕੰਮ ਵੀ ਕਰਵਾਇਆ ਤੁਸੀਂ, ਉਹਨਾਂ ਨੂੰ ਮਿਸਤਰੀ ਦਾ ਕੰਮ ਆਉਂਦਾ ਸੀ ਥੋੜਾ ਬਹੁਤ, ਤੁਸੀਂ ਆਪਣੇ ਘਰ ਦੇ ਵਿੱਚ ਕੰਮ ਵੀ ਕਰਵਾਇਆ ਉਹਨਾਂ ਤੋਂ, ਕਰਵਾਇਆ ਇਦਾਂ ਕਦੋਂ? ਵੀਰ ਜੀ ਜੇ ਤੇ ਇਹ ਕੰਮ ਮੈਨੂੰ ਕਹਿਣ ਕਿ ਇਹ ਕੰਮ ਮੈਂ ਕਰਵਾਇਆ ਤੇ ਮੈਂ ਉਹਨਾਂ ਦਾ ਦੇਣਦਾਰ ਹੋਊਂਗਾ। ਕਿਉਂ ਕਿ ਮੇਰੇ ਪਿੰਡ ਦਾ ਮਿਸਤਰੀ ਆ ਲਵਪ੍ਰੀਤ ਸਿੰਘ ਮਿਸਤਰੀ ਮੇਰੇ ਪਿੰਡ ਦਾ, ਕਿੰਨੇ ਮੇਰੀ ਇੰਟਰਲੋਕ ਲਾਈ ਆ। ਤੇ ਫਿਰ ਭਈਏ ਉਹਨਾਂ ਦਾ ਨੰਬਰ ਮੇਰੇ ਕੋਲ, ਸੰਪਰਕ ਕਰ ਸਕਦੇ ਆ। ਬਕਾਇਦਾ ਮਿੰਤੀ ਕਰਕੇ ਮੇਰੇ ਕੋਲ ਪੈਸੇ ਲੈ ਗਏ ਆ। 2 ਭਈਏ ਸੀਗੇ, ਉਹ ਮੇਰੀ ਟਾਇਲ ਲਾ ਕੇ ਗਏ ਆ। ਇਹਨੇ ਕੁਝ ਵੀ ਮੇਰੇ ਘਰ ਕੰਮ ਨਹੀਂ ਕੀਤਾ। ਜੋ ਗਏ ਤੇ ਕੰਧ ਦੇ ਉੱਤੇ 3 ਗਲੇ ਸੀ ਮੇਰੇ ਪੁਰਾਣੇ ਕੱਢੇ ਹੋਏ, ਗੋਆਂ ਕੱਢੀਆਂ ਸੀ। ਅਜੇ ਤੁਸੀਂ ਘਰ ਜਾ ਕੇ ਦੇਖ, 3 ਗਲੇ ਸੀਗੇ। ਨਹੀਂ ਲੱਗੇ, ਮੈਂ ਲੱਗਾ ਇੱਟਾਂ ਲਾਉਣ ਤੇ ਇਹਨੇ ਇਹ ਗੱਲ ਕਹੀ, ਕਹਿੰਦਾ ਮੈਂ ਨਹੀਂ ਯਾਰ ਕੰਮ ਕਰਦਾ, ਮੈਂ ਲਾ ਦਿੰਦਾ। ਮੈਂ ਆ ਚੱਲ ਕੋਈ ਗੱਲ ਨੀ, ਤੂੰ ਲਾ ਦੇ। ਮੇਰੇ ਮੁੰਡੇ ਨੇ ਫੜਿਆ, ਮੇਰੇ ਹਿਸਾਬ 10 ਕੇ 15 ਇੱਟਾਂ ਆ, ਉਹ ਉਦਾਂ ਹੀ ਲੱਗੀਆਂ ਦਿਖ ਰਹੀਆਂ, ਉਦਾਂ ਹੀ ਮੇਰੇ ਘਰੇ ਲੱਗੀਆਂ ਪਈਆਂ। ਜੇ ਮੇਰੇ ਘਰ 500 ਇੱਟ ਤੋਂ ਵੱਧ ਕਿਤੇ ਜਾਂ 100 ਇੱਟ ਤੋਂ ਵੱਧ ਕਿਤੇ ਤਾਜ਼ੀ ਲੱਗੀ ਹੋਵੇ ਤੇ ਮੈਂ ਦੇਣਦਾਰ ਹੋਊਂਗਾ। ਪਰ ਹੁਣ ਤੁਸੀਂ ਲਾਸਟ ਸਵਾਲ ਲਾਉਂਗਾ ਮੈਂ, ਕੀ ਕਹਿਣਾ ਚਾਹੁੰਦੇ ਹੋ? ਇਲਜ਼ਾਮ ਤੁਹਾਡੇ ਉੱਤੇ ਬਹੁਤ ਬੇਹੱਦ ਗੰਭੀਰ ਇਲਜ਼ਾਮ ਨੇ, ਇੱਕ ਬੰਦੇ ਨੂੰ ਗਾਇਬ ਕਰਨ ਦੇ ਇਲਜ਼ਾਮ ਨੇ ਤੁਹਾਡੇ ਉੱਤੇ। ਦੇਖੋ ਵੀਰ ਜੀ, ਮੈਂ ਜੇ ਗਾਈਡ ਆ, ਮੈਂ ਇਸ ਗੱਲ ਦਾ ਜ਼ਿੰਮੇਵਾਰ ਆ ਕਿ ਮੈਂ ਸਾਰੇ ਮੀਡੀਆ ਤੱਕ ਵੀ ਇਹ ਗੱਲ ਪਹੁੰਚਾਈ। ਮੈਂ ਇੱਥੇ ਵੀ ਦੱਸਿਆ ਆ, ਬਕਾਇਦਾ ਮੈਂ ਸਟੇਜ ਤੋਂ ਲੌਸਮੈਂਟਾਂ ਵਗੈਰਾ ਵੀ ਕਰਵਾ ਦਿੱਤੀਆਂ। ਪਹਿਲਾਂ ਜੁਗਤ ਮੋਰਚੇ ਦੀ ਸਟੇਜ ਤੋਂ ਕੱਲ ਵੀ ਕਰਾਈ, 2 ਦਿਨ ਪਹਿਲਾਂ ਵੀ ਕਰਵਾਈ। ਮੈਂ ਆਪਣੀ ਵੱਲੋਂ, ਜੇ ਮੇਰੀ ਗਲਤੀ ਇਹ ਹੋਈ ਕਿ ਮੈਂ ਉਹਨੂੰ ਇੱਕ ਭਰਾ ਬਣਾ ਕੇ ਉਹਦੇ ਰਿਸ਼ਤੇਦਾਰ ਦੇ ਥਰੂ ਮੈਂ ਉਹਨੂੰ ਲੈ ਕੇ ਆਪਣੇ ਯਾਰੀ ਦੋਸਤੀ ਦੇ ਉੱਤੇ ਮੈਂ ਆਪਣੇ ਕੋਲ ਲੈ ਗਿਆ। ਮੇਰੇ ਪਿੰਡ ਨਗਰ ਕੀਰਤਨ ਸੀਗਾ, ਨਗਰ ਕੀਰਤਨ ਦੇਖਦੇ ਆ, ਮੈਂ ਉਹਨੂੰ ਕਿਹਾ ਮਿੱਤਰਾ ਆਪਣੇ ਘਰ, ਉਹ ਫਿਰ ਗਿਆ। ਫਿਰ ਉਹ 7-8 ਦਿਨ ਦੇ ਬਾਅਦ ਮੇਰੇ ਕੋਲ ਆਇਆ ਆ, ਮੈਨੂੰ ਆਣ ਕੇ ਫਿਰ ਕਹਿੰਦਾ 25 ਤਰੀਕ ਨੂੰ ਫੌਜੀ ਸਾਹਿਬ ਚੱਲੀਏ ਦਿੱਲੀ। ਮੈਂ ਕਿਹਾ ਮੇਰੇ ਕੋਲ ਨਹੀਂ ਜਾਣਾ ਯਾਰ, ਮੇਰੇ ਕੋਲ ਮੈਨੂੰ ਕੋਈ ਪ੍ਰੋਬਲਮ ਹੈ। ਉਹ ਮੇਰੇ ਤੋਂ ਕਿਰਾਇਆ ਲੈ ਕੇ ਦਿੱਲੀ ਨੂੰ ਕਹਿ ਕੇ ਵੀ ਮੈਂ ਦਿੱਲੀ ਜਾ ਰਿਹਾ, ਉਹ ਮੇਰੇ ਘਰੋਂ ਆ ਗਿਆ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹ ਵੀਰ ਕਿੱਥੇ ਗਿਆ ਕਿੱਥੇ ਨਹੀਂ। ਮੈਂ ਬਕਾਇਦਾ ਉਹ ਚੱਕਰ ਦੇ ਜਦੋਂ ਇਹਨਾਂ ਨੇ ਮੈਨੂੰ ਇਨਫੋਰਮ ਕੀਤਾ ਇਹਦੇ ਘਰਦਿਆਂ ਨੇ, ਜਦੋਂ ਇਹ ਵੀਰੂ ਜੀ ਦੇਖੋ, ਇਹ ਮੰਨ ਲਓ ਇਹ ਕਹਿ ਰਹੇ ਮੇਰੇ ਕੋਲ ਇੰਨਾ ਟਾਈਮ ਰਿਹਾ ਕੰਮ ਕਰਾਇਆ। ਵੀਰ ਜਦੋਂ ਬੰਦਾ ਉਹ ਸ਼ਾਮ ਨੂੰ ਚੜ੍ਹਿਆ ਆਇਆ ਲਾਈਟਾਂ ਵਾਲੇ ਚੌਂਕ ਤੋਂ, ਤੇ ਸਵੇਰੇ ਇਹਦਾ ਪਰਿਵਾਰ ਮੇਰੇ ਘਰ ਆ ਗਿਆ। ਕੋਈ ਪ੍ਰੂਫ ਹੈਗਾ ਉਸ ਗੱਲ ਦਾ ਤੁਹਾਡੇ ਕੋਲ ਕੋਈ ਸਬੂਤ ਹੈਗਾ ਉਸ ਗੱਲ ਦਾ? ਤੁਸੀਂ ਤੋਰਿਆ ਉਹਨਾਂ ਨੂੰ ਕਿਤੇ, ਕੋਈ CCTV ਫੁਟੇਜ ਦਿਖਾ ਸਕਦੇ ਹੋ? ਕਿਸੇ ਕੋਈ ਬੰਦੇ ਦੇ ਨਾਲ ਤੁਸੀਂ ਗਏ, ਬੱਸ ਦੇ ਵਿੱਚ ਚੜਾਇਆ, ਉਹਨਾਂ ਨੂੰ ਲਾਈਟਾਂ ਵਾਲੇ ਚੌਂਕ ਤੇ ਛੱਡਿਆ, ਕਿਤੇ ਤਾਂ CCTV ਵਗੈਰਾ ਕੁਝ? ਮੇਰਾ ਸੱਕਾ ਬੇਟਾ ਚੜਾ ਗਿਆ, ਮੇਰਾ ਬੇਟਾ ਚੜਾ ਗਿਆ ਖੁਦ, ਬੱਸ ਦੇ ਵਿੱਚ ਬਿਠਾ ਕੇ ਆਇਆ ਮੇਰਾ ਬੇਟਾ ਲਾਈਟਾਂ ਵਾਲੇ ਚੌਂਕ ਤੋਂ। ਪਰ ਪ੍ਰੂਫ ਕਿੱਦਾਂ ਕਰੋਗੇ ਇਸ ਗੱਲ ਨੂੰ ਤੁਸੀਂ? ਪ੍ਰੂਫ ਨੇ ਮੈਂ ਕਹਿੰਦਾ ਮੇਰਾ ਬੇਟਾ ਖੁਦ ਗਿਆ ਆ। ਫਿਰ ਮੇਰੇ ਆਂਢੀ ਪੜੋਸੀ ਆਚੀ ਜਿਹੜੇ ਮੇਰੇ ਪਿੰਡ ਵਾਸੀ ਆ, ਮੇਰੇ ਆਸ-ਪੜੋਸ ਦੇ ਰਿਸ਼ਤੇਦਾਰ ਆ, ਮੇਰੇ ਆਂਢ ਗੁਆਂਢ, ਉਹਨਾਂ ਦੇ ਸਾਹਮਣੇ ਖੁੱਲ੍ਹਾ ਆਮ ਗੱਲਾਂ ਬਾਤਾਂ ਕਰਦਾ ਰਿਹਾ, ਬਹਿੰਦਾ ਰਿਹਾ 2-4 ਦਿਨ 5 ਦਿਨ ਜਿੰਨੇ ਦਿਨ ਵੀ ਰਿਹਾ। ਉਹਨਾਂ ਦੇ ਕੋਲੋਂ ਤੁਸੀਂ ਸਾਰੀ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਕਿ ਉਹ ਬੰਦੇ ਨੇ ਅਸੀਂ ਕੀ ਬੁਰਾ ਕੀਤਾ। ਮੰਨਦੇ ਗੁਰਦਿਆਲ ਸਿੰਘ ਜੀ, ਕਿਤੇ ਨਾ ਕਿਤੇ ਕਮੀ ਰਹੀ ਤੁਹਾਡੇ ਵਾਲੇ ਪਾਸਿਓਂ ਵੀ, ਕਮੀ ਰਹੀ ਹੈ, ਗਲਤੀ ਹੋਈ ਹੈ ਇਸ ਗੱਲ ਦੇ ਵਿੱਚ, ਪੂਰੇ ਮਾਮਲੇ ਦੇ ਵਿੱਚ? ਮੈਂ ਸਿਰਫ ਇੱਕ ਜਾਰੀ ਨਿਭਾਉਣ ਦੇ ਵਿੱਚ, ਇੱਕ ਦੋਸਤੀ ਨਿਭਾਉਣ ਦੇ ਵਿੱਚ ਉਸ ਬੰਦੇ ਦੇ ਥਰੂ ਫਸ ਗਿਆ। ਮੈਨੂੰ ਨਹੀਂ ਪਤਾ ਕਿ ਉਹਦੇ ਘਰ ਦੀ ਕੀ ਕੰਡੀਸ਼ਨ ਆ, ਕੀ ਝਗੜਾ ਹੈ ਕੀ ਨਹੀਂ। ਜੇ ਕੋਈ ਝਗੜਾ ਹੁੰਦਾ, ਉਹਦੇ ਮਾਸਟਰ ਜਿਸ ਤੱਕ ਇੱਥੇ ਮੈਨੂੰ ਮਿਲੇ, ਮੇਰੀ ਯੂਨੀਅਨ ਦੇ ਪ੍ਰਧਾਨ ਨੇ, ਉਹ ਮੈਨੂੰ ਪੱਕਾ ਇਨਫੋਰਮ ਕਰਦੇ ਕਿ ਬੰਦੇ ਨੂੰ ਨਾ ਲੈ ਕੇ ਜਾ। ਮੈਂ ਇਸੇ ਵਿਸ਼ਵਾਸ ਦੇ ਉੱਤੇ ਬੰਦੇ ਨੂੰ ਲੈ ਕੇ ਗਿਆ, ਇਸੇ ਤਾਂ ਕਰਕੇ। ਅੱਛਾ ਗੁਰਦਿਆਲ ਸਿੰਘ ਜੀ, ਤੁਹਾਡੀ ਜਿਹੜੀ ਜਥੇਬੰਦੀ ਆ ਉਹਨਾਂ ਦੇ ਸੂਬਾ ਕੌਣ ਨੇ, ਸੂਬਾ ਪ੍ਰਧਾਨ ਕੌਣ ਨੇ ਉਹਨਾਂ ਦੇ, ਤੁਹਾਡੀ ਜਥੇਬੰਦੀ ਦੇ? ਸੂਬਾ ਪ੍ਰਧਾਨ ਜੀ ਮੇਰੇ ਜੀ ਸੁਰਜੀਤ ਸਿੰਘ ਫੂਲ ਹੋਰਾਂ ਦੀ ਤੁਹਾਡੀ ਜਥੇਬੰਦੀ ਆ। ਮੈਨੂੰ ਨੰਬਰ ਦੇ ਸਕਦੇ ਹੋ ਜੀ ਉਹਨਾਂ ਦਾ, ਫੂਲ ਸਾਹਿਬ ਦਾ? ਫੂਲ ਸਾਹਿਬ ਦਾ ਨੰਬਰ ਜੀ ਮੈਂ ਆਪਣੇ ਜ਼ਿਲ੍ਹਾ ਜੰਨਤ ਕਤਰ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੇਵਾਂਗਾ। ਨਹੀਂ, ਤੁਸੀਂ ਨੰਬਰ ਤਾਂ ਦੇ ਸਕਦੇ ਹੋ ਨਾ। ਮੈਂ ਕਿਸੇ ਕਿਸਾਨ ਆਗੂ ਦੇ ਨਾਲ ਮੈਂ ਗੱਲ ਵੀ ਨਹੀਂ ਕਰ ਸਕਦਾ? ਇੱਜ਼ਤ ਕਰ ਸਕਦੇ ਹਾਂ। ਮੈਂ ਤੁਹਾਨੂੰ ਆਪਣੇ ਜਿਹੜਾ ਮੇਰੇ ਉੱਥੇ ਜ਼ਿਲ੍ਹੇ ਦਾ ਪ੍ਰਧਾਨ ਆ ਉੱਥੇ, ਜਿਹੜਾ ਇਹਨਾਂ ਨੂੰ ਜਿਹੜਾ ਬਕਾਇਦਾ ਮੇਰੇ ਘਰ ਵੀ ਉੱਥੇ ਆਉਂਦਾ ਰਿਹਾ ਆ ਬਕਾਇਦਾ। ਨਹੀਂ, ਮੈਨੂੰ ਗੁਰਦਿਆਲ ਸਿੰਘ ਜੀ ਸੂਬਾ ਪ੍ਰਧਾਨ ਦਾ ਨੰਬਰ ਚਾਹੀਦਾ ਤੁਹਾਡੇ। ਉਹ ਮੈਂ ਅਰੇਂਜ ਖੁਦ ਵੀ ਕਰ ਲੂੰਗਾ, ਅਰੇਂਜ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਹੋ ਸਕਦਾ ਮੇਰੇ ਫੋਨ ਦੇ ਵਿੱਚ ਸੇਵ ਵੀ ਹੋਵੇ ਉਹਨਾਂ ਦਾ ਨੰਬਰ, ਪਰ ਮੈਂ ਚਾਹੁੰਦਾ ਤੁਹਾਡੇ ਤੋਂ ਤੁਸੀਂ ਆਪਣਾ ਪੱਖ ਰੱਖ ਰਹੇ ਹੋ, ਤੁਸੀਂ ਆਪਣੇ ਆਪ ਨੂੰ ਸੱਚ ਦੱਸ ਰਹੇ ਹੋ, ਇਲਜ਼ਾਮਾਂ ਨੂੰ ਨਕਾਰ ਰਹੇ ਹੋ। ਤਾਂ ਮੈਂ ਚਾਹੂੰਗਾ ਤੁਸੀਂ ਵੀ, ਤੁਹਾਡੀ ਸੱਚਾਈ ਦੇ ਉੱਤੇ ਇੱਕ ਮੋਹਰ ਦੀ ਤਰ੍ਹਾਂ ਹੀ ਕੰਮ ਮੈਨੂੰ ਲੱਗਦਾ ਕਰੇਗਾ ਜੇ ਤੁਸੀਂ ਨੰਬਰ ਦਿੰਦੇ ਹੋ ਸੁਰਜੀਤ ਸਿੰਘ ਫੂਲ ਹੋਣਾ। ਮੈਂ ਤੁਹਾਨੂੰ ਨਾ ਸਰ 1 ਮਿੰਟ, ਨੰਬਰ ਮੇਰੇ ਕੋਲ ਹੈ, ਮੇਰੇ ਮੋਬਾਈਲ ਦੇ ਵਿੱਚ ਨੰਬਰ ਆ। ਅਗਰ ਤੁਸੀਂ 2 ਮਿੰਟ ਕੱਟਦੇ ਹੋ ਤੇ ਮੈਂ ਤੁਹਾਨੂੰ ਕੱਟ ਕੇ ਨੰਬਰ ਮੋਬਾਈਲ ਤੋਂ ਕੱਢ ਕੇ ਦੇ ਦਿੰਦਾ। ਮੈਂ ਤੁਹਾਨੂੰ ਦੁਬਾਰਾ ਲਾ ਲੈਣਾ ਜੀ, ਪੂਰੇ 2 ਮਿੰਟ ਬਾਅਦ ਤੁਹਾਨੂੰ ਦੁਬਾਰਾ ਕਾਲ ਕਰਦਾ। ਮੈਨੂੰ ਸੁਰਜੀਤ ਸਿੰਘ ਫੂਲ ਹੋਰਾਂ ਦਾ ਨੰਬਰ ਜ਼ਰੂਰ ਦਿਓ। ਓਕੇ ਜੀ। ਜੀ। ਤਾਂ ਇਹ ਗੁਰਦਿਆਲ ਸਿੰਘ ਫੌਜੀ ਨੇ, ਸ਼ਾਇਦ ਆਪਾਂ ਵੀ ਮਿਲੇ ਆ ਇਹਨਾਂ ਨੂੰ ਧਰਨੇ ਦੇ ਵਿੱਚ, ਜੋੜਿਆਂ ਦੀ ਸੇਵਾ ਉੱਥੇ ਕਰਦੇ ਨੇ। ਇਲਜ਼ਾਮ ਗੰਭੀਰ ਨੇ, ਹਾਲਾਂਕਿ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ, ਪਰ ਕਿਤੇ ਨਾ ਕਿਤੇ ਕਮੀ ਮੈਂ ਵੀ ਮਹਿਸੂਸ ਕਰਦਾ, ਸਾਰੇ ਮਹਿਸੂਸ ਕਰਨਗੇ ਵੀ ਇਹ ਕਮੀ ਕਿਤੇ ਨਾ ਕਿਤੇ ਰਹੀ ਹੈ। ਜਿਹੜਾ ਕੰਟੈਕਟ ਪਰਿਵਾਰ ਦੇ ਨਾਲ ਨਹੀਂ ਕੀਤਾ ਗਿਆ, ਸੁਰਿੰਦਰ ਸਿੰਘ ਹੋਰਾਂ ਦੀ ਜਾਣਕਾਰੀ ਉਸਦੇ ਪਰਿਵਾਰ ਨੂੰ ਨਹੀਂ ਦਿੱਤੀ ਗਈ। ਪ੍ਰੂਫਾਂ ਦੀ ਗੱਲ ਕਰੀਏ, ਕਿਉਂਕਿ ਸਾਰਾ ਜਾਂਚ ਦਾ ਵਿਸ਼ਾ ਤਾਂ ਉੱਥੇ ਸਿਰਫ ਪ੍ਰੂਫ ਹੀ ਚੱਲਣੇ ਨੇ, ਗੱਲਾਂ ਦੇ ਨਾਲ। ਮਾਤਾ ਜੀ, ਤੁਹਾਡੀ ਇਹਨਾਂ ਨਾਲ ਗੱਲ ਹੋਈ ਸੀ ਜਿਹੜੇ ਗੁਰਦਿਆਲ ਸਿੰਘ ਫੌਜੀ ਨੇ ਘਰੇ ਗਏ ਸੀਗੇ ਤੁਸੀਂ? ਮੈਂ ਚਾਹੂੰਗਾ ਥੋੜ੍ਹੇ ਜਿਹੇ ਨੇੜੇ ਆ ਜਾਓ ਇੱਧਰ।
ਤੁਸੀਂ ਤੁਸੀਂ ਦੱਸ ਦਿਓ ਤੁਹਾਡੀ ਮੁਲਾਕਾਤ ਹੋਈ ਇਹਨਾਂ ਨਾਲ ਜਿਹੜੇ ਫੌਜੀ ਨੇ ਇਹਨਾਂ ਨਾਲ ਤੁਸੀਂ ਕਿਹਾ ਇਹਨਾਂ ਨੂੰ ਕੀ ਮਿਹਨਤ ਕੀਤੀ ਸੀ, ਕੀ ਬੇਨਤੀ ਕੀਤੀ ਤੁਸੀਂ? ਇਹਨਾਂ ਨੂੰ ਬੇਨਤੀ ਇਹ ਕੀਤੀ ਸੀ, ਅਸੀਂ ਗਏ ਆ ਗੱਡੀ ਲੈ ਕੇ, ਇਹ ਘਰ ਨਹੀਂ ਹੈਗਾ ਤੇ ਘਰ ਦੀ ਨੂੰ ਅਸੀਂ ਗਏ ਆ, ਲੰਘੇ ਆ ਤੇ ਘਰ ਦੀ ਆਂਦੀ ਆਓ ਜਿੱਥੇ ਮੈਂ ਆਖਿਆ ਵੀ ਲੰਘੇ ਆ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਮੈਂ ਆਖਿਆ ਮੇਰਾ ਬੇਟਾ ਕਿੱਥੇ ਆ? ਆਂਦੀ ਸਾਡੇ ਕੋਲ ਹੀ ਰਹਿ ਕੇ ਗਿਆ, ਮੈਨੂੰ ਭੈਣ ਬਣਾਇਆ। ਤੇ ਮੈਂ ਕਿਹਾ ਹੁਣ ਕਿੱਥੇ ਆ? ਆਂਦੀ ਛੱਡ ਆਏ ਆ। ਉਹ ਜਦੋਂ ਵੀਡੀਓ ਗਈ ਆ ਉਦੋਂ ਇਹਨਾਂ ਬੰਦਾ ਲਗਾ ਲਿਆ। ਵੀਡੀਓ ਗਈ ਉੱਥੋਂ। ਤੁਸੀਂ ਕੀ ਮੰਗ ਕਰਦੇ ਹੋ ਮਾਤਾ ਜੀ ਹੁਣ, ਕਿਉਂਕਿ ਤੁਸੀਂ ਬਹੁਤ ਦਿਨ ਹੋ ਗਏ, ਮੈਨੂੰ ਲੱਗਦਾ ਵੀ ਪਰੇਸ਼ਾਨੀ ਦੇ ਵਿੱਚ ਆ ਸਾਰਾ ਪਰਿਵਾਰ, ਥਾਣਿਆਂ ਦੇ ਚੱਕਰ ਵੀ ਲਗਾ ਲਏ, ਪੁਲਿਸ ਨੂੰ ਵੀ ਦੱਸਿਆ ਸੀ? ਦਿੱਤੀ ਜਦੋਂ ਲੱਭਦਾ ਨਹੀਂ ਸੀ ਫਿਰ ਉਹਨਾਂ ਨੂੰ ਵੀ ਆਖਿਆ ਸਾਡਾ ਬੇਟਾ ਜਿਹੜਾ ਵੀ ਲਾਪਤਾ ਹੋਇਆ ਵਾ। ਮੰਗ ਕੀ ਕਰਦੇ ਹੋ ਤੁਸੀਂ, ਕੀ ਅਪੀਲ ਕਰਦੇ ਹੋ, ਕੀ ਬੇਨਤੀ ਕਰਦੇ ਹੋ? ਅਸੀਂ ਇਹੋ ਆਨੇ ਸਾਡਾ ਬੱਚਾ ਘਰ ਆਵੇ, ਸਾਡੇ ਸਾਨੂੰ ਕਮਾ ਕੇ ਖਵਾਲੇ, ਅਸੀਂ ਬਜ਼ੁਰਗ ਹਾਂ। ਕਿੰਨੇ ਕੁ ਦਿਨ ਹੋ ਗਏ ਅੱਜ? 18 ਤੋਂ ਬਾਅਦ ਮੈਨੂੰ ਲੱਗਦਾ ਵੀ ਅੱਜ ਦਿਨ ਵੀ 15 ਤੋਂ ਵੱਧ ਦਿਨ ਹੋ ਚੁੱਕੇ ਹੋਣੇ। 18 ਜਨਵਰੀ ਦਾ ਗਿਆ ਜੀ। 18 ਜਨਵਰੀ ਦੇ ਗਏ ਨੇ। ਅੱਛਾ, ਤਾਂ ਫਿਰ ਬਹੁਤ ਜ਼ਿਆਦਾ ਦਿਨ ਹੋ ਗਏ, ਲੰਮਾ ਸਮਾਂ ਹੋ ਗਿਆ ਜਿਨ੍ਹਾਂ ਦੀ ਕੋਈ ਉਗ ਸੁੱਗ ਨਹੀਂ ਪੈ ਰਹੀ। ਨਾ 18 ਜਨਵਰੀ ਤੋਂ ਘਰੋਂ ਲਾਪਤਾ ਵਾ। ਅੱਜ ਤੁਸੀਂ ਵੇਖ ਲਓ ਵੀ ਫਰਵਰੀ ਦਾ ਮਹੀਨਾ ਵੀ ਲੰਘ ਗਿਆ, ਮਾਰਚ ਗਾੜੀ ਚਾਲੂ ਹੋ ਗਿਆ, ਕਿੰਨਾ ਟਾਈਮ ਹੋ ਗਿਆ। ਆਪ ਤੁਸੀਂ ਸਮਝੋ ਵੀ ਘਰ ਵੇਲੇ ਦੁਖੀ ਹੋਇਆ, ਸਾਰਾ ਟੱਬਰ ਰੋਣ ਡਿਆ ਵਾ ਬੈਠਾ, ਕੋਈ ਕਮਾਉਣ ਵਾਲਾ ਨਹੀਂ, ਕੋਈ ਲਿਆਉਣ ਵਾਲਾ ਨਹੀਂ। ਤੇ ਬੇਟਾ ਉਹਦਾ ਇੱਕ ਬੇਟਾ ਉਹ ਪੜ੍ਹਦਾ ਵਾ, ਉਹਦੀ ਪੜ੍ਹਾਈ ਦੇ ਖਰਚੇ ਹੁਣ ਉਹ ਬੇਟਾ ਵੀ ਘਰ ਬੈਠਾ ਵਾ। ਮਤਲਬ ਪਰਿਵਾਰ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਉਹਦੀ ਵੀ ਉਹ ਆਵੇ ਤੇ ਆਪਣੀ ਮਿਹਨਤ ਮਜ਼ਦੂਰੀ ਕਰੇ ਤੇ ਆਪਣੇ ਬੱਚਿਆਂ ਨੂੰ ਜਿੱਥੇ ਉਹਦਾ ਲੈਣ ਦੇਣ ਉਹੋ ਹੀ ਘਰ 'ਚ ਮਾਲਕ ਹੀ ਤੇ ਬਾਕੀ ਉਹਦੀ ਘਰ ਦੀ ਆ ਤੇ ਬੱਚਾ ਵਾ ਤੇ ਮਾਤਾ ਵਾ ਤੇ ਉਹੋ ਹੀ ਕਮਾਈ ਕਰਕੇ ਲਿਆਉਂਦਾ ਸੀ। ਤੇ ਮਤਲਬ ਦਿਹਾੜੀ ਦਾ ਵੀ ਚੱਲਦੀ ਸੀ, ਦਿਹਾੜੀ ਜੋ 2-4-500 ਰੁਪਇਆ ਲਿਆਉਂਦਾ ਸੀ ਰੋਜ਼, ਉਹਨਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਤੇ ਪਰਿਵਾਰ ਵਾਲੇ ਹੁਣ ਸਾਰੇ ਇਸੇ ਚੱਕਰ 'ਚ ਡੇ ਵੀ 2 ਮਹੀਨਿਆਂ ਤੋਂ ਲਾਪਤਾ ਵਾ। ਤੁਹਾਨੂੰ ਪਤਾ ਵੀ ਜੇ 2 ਮਹੀਨਿਆਂ ਤੋਂ ਪੈਸਾ ਨਹੀਂ ਘਰ ਆਇਆ ਤਾਂ ਪਰਿਵਾਰ ਕੀ ਖਾਊਗਾ? ਮੇਨ ਬੰਦਾ ਘਰ 'ਚ ਸੁਰਿੰਦਰ ਸਿੰਘ ਆ। ਉੱਥੇ ਫਿਰ ਜਦੋਂ ਤੁਹਾਨੂੰ ਧਰਨੇ 'ਚ ਮਿਲੇ ਉੱਥੇ ਵੀ ਸੇਵਾ ਕਰਦੇ ਸੀਗੇ ਸੁਰਿੰਦਰ ਸਿੰਘ ਹੋਰੀ? ਕੀ ਕਰ ਰਹੇ ਸੀ ਜਦੋਂ ਤੁਹਾਨੂੰ ਮਿਲੇ ਉੱਥੇ? ਸਾਨੂੰ ਤੇ ਬਾਜ਼ਾਰ 'ਚ ਅਸੀਂ ਤੇ ਉਹਦੀ ਇੱਥੋਂ ਫੋਨ ਜਾ ਰਹੇ ਵੀ ਰੋ ਰਹੇ ਸਾਰਾ ਟੱਬਰ, ਤਾਂ ਸਾਨੂੰ ਘਰੋਂ ਫੋਨ ਸਾਡਿਓਂ ਜਾ ਰਹੇ ਸੀ ਵੀ ਸੁਰਿੰਦਰ ਸਿੰਘ ਕਿਤੇ ਵੀ ਤੁਹਾਨੂੰ ਮਿਲ ਪਏ ਉਹਦੀ ਭਾਲ ਕਰੋ, ਤੁਸੀਂ ਦਿੱਲੀ ਧਰਨੇ 'ਤੇ ਜੇ ਗਏ ਜੋ। ਵੀ ਮਤਲਬ ਸ਼ੱਕ ਹੀ ਉਦੋਂ ਇਹਨਾਂ ਘਰਦਿਆਂ ਨੂੰ ਪਤਾ ਨਹੀਂ ਵੀ ਉਹ ਦਿੱਲੀ ਪਹੁੰਚ ਗਿਆ ਜਾਂ ਨਹੀਂ ਪਹੁੰਚ ਗਿਆ। ਦਿੱਲੀ ਦਾ ਨਹੀਂ ਇਹਨਾਂ ਘਰਦਿਆਂ ਨੂੰ ਪਤਾ। ਅਸੀਂ ਚਲੋ 2 ਦਿਨ ਉਹਦੀ ਭਾਲ ਕੀਤੀ, ਤੁਰ ਕੇ ਫਿਰ ਕੇ ਵੀ ਅਸੀਂ ਬੰਦੇ 10 ਹੈਗੇ ਹਾਂ, 10-20 ਬੰਦੇ ਅਸੀਂ ਸਾਰਿਆਂ ਨੇ, ਕੋਈ ਕਿਧਰ ਨੂੰ, ਕੋਈ ਬਾਜ਼ਾਰੇ, ਕੋਈ ਕਿਸੇ ਬਾਜ਼ਾਰੇ ਤੁਰਿਆ। ਚਲੋ ਅਚਾਨਕ ਨੂੰ ਰਸਤੇ 'ਚ ਮਿਲ ਪਿਆ, ਇੱਕ ਦੋ ਮਿਲਿਆ ਤਾਂ ਉਹਨੂੰ ਅਸੀਂ ਪੁੱਛਿਆ ਤੇ ਕਹਿੰਦਾ ਮੈਂ ਇਹ ਚੱਲ ਜਾਣਾ ਫੌਜੀ ਦੇ ਨਾਲ। ਫੌਜੀ ਵੀ ਨਾਲ ਹੀ। ਫੌਜੀ ਕਹਿੰਦਾ ਵੀ ਜਦੋਂ ਇਹ ਅਸੀਂ ਪਿੰਡ ਵਾਪਸ ਗਏ ਉਦੋਂ ਇਹਨੂੰ ਘਰ ਪਹੁੰਚਾ ਦੇਵਾਂਗੇ ਵੀ ਅਸੀਂ ਨਾਲ ਸਾਡੇ ਨਾਲ ਵਾਏ। ਤਾਂ ਅਸੀਂ ਵੀ ਸਮਝਿਆ ਵੀ ਚਲੋ ਇਹ ਪਹੁੰਚਾ ਦੇਣਗੇ। ਬਾਅਦ 'ਚ ਅਸੀਂ ਘਰ ਆ ਗਏ ਆਪਣੇ। ਅਸੀਂ ਉਹਨੂੰ ਇੱਥੋਂ ਤੱਕ ਵੀ ਕਿਹਾ ਵੀ ਜੇ ਤੂੰ ਘਰੋਂ ਉੱਦਾਂ ਆ ਗਿਆ ਤੂੰ ਖਰਚਾ ਵੀ ਲੈ ਲਾ ਸਾਡੇ ਕੋਲ, ਤੇ ਸਾਡੀ ਟਰਾਲੀ 'ਚ ਆ ਜਾਂ ਖਰਚਾ ਲੈ ਲਾ ਤੂੰ ਆਪਣੇ ਘਰ ਆ ਜੀ। ਤਾਂ ਉਹ ਕਹਿੰਦਾ ਨਹੀਂ, ਮੈਂ ਫੌਜੀ ਕਹਿੰਦਾ ਵੀ ਮੈਂ ਆਪ ਛੱਡ ਕੇ ਜਾਊਂ, ਜੇ ਖਰਚੇ ਦੀ ਲੋੜ ਤੈਨੂੰ ਤਾਂ ਪੈਸਿਆਂ ਨਾਲ ਮੈਂ ਤੋਲ ਦੂੰਗਾ। ਅੱਛਾ, ਜਿਹਨਾਂ ਨਾਲ ਆਪਾਂ ਗੱਲ ਕਰ ਰਹੇ ਸੀ, ਜਿਹਨਾਂ ਨਾਲ ਗੱਲ ਕਰ ਰਹੇ ਜੋ, ਉਹ ਕਹਿੰਦੇ ਵੀ ਅਸੀਂ ਪੈਸੇ ਛਿੰਦੇ ਕੋਲ ਪੈਸੇ ਜਿੰਨੇ ਮੰਗੇ ਉਨੇ ਹੀ ਦੇਣ ਨੂੰ ਤਿਆਰ ਆ, ਤੇ ਤੁਹਾਨੂੰ ਨਹੀਂ ਕੋਈ ਪਰੇਸ਼ਾਨੀ, ਇਹਨੂੰ ਆਪਣੇ ਆਪ ਘਰ ਪਹੁੰਚਾ ਦਾਂਗੇ। ਤਾਂ ਅਸੀਂ ਵੀ ਸਮਝਿਆ ਵੀ ਚਲੋ ਪਹੁੰਚਾ ਹੀ ਦੇਣਗੇ। ਇੱਥੇ ਸਾਰੇ ਭੈਣ ਭਰਾ ਵੀ ਸੰਘਰਸ਼ 'ਚ ਆਏ ਆ ਵੀ ਦੂਰੋਂ ਨੇੜਿਓਂ ਵੀ ਇਕੱਲਾ ਉੱਥੇ ਇੱਕ ਪਿੰਡ ਦੇ ਸਾਰੇ ਵੀ ਲਾਗੋਂ ਸਾਗੋਂ ਦੇ ਸਾਰੇ ਇਕੱਠੇ ਹੀ ਭੈਣ ਭਰਾ ਵਾ। ਤੇ ਇਸ ਤਰੀਕੇ ਦੇ ਨਾਲ ਅਸੀਂ ਉਹਨੂੰ ਆਖਿਆ ਵੀ ਆ ਚੱਲੀਏ, ਨਹੀਂ ਮੰਨਿਆ। ਉਹ ਕਹਿੰਦੇ ਵੀ ਇਹਨਾਂ ਜਿਨ੍ਹਾਂ ਨਾਲ ਆਇਆ ਮੈਂ ਉਹਨਾਂ ਦੇ ਨਾਲ ਹੀ ਜਾਣਾ। ਤੇ ਬਾਅਦ ਦੇ ਵਿੱਚ ਘਰ ਆਣ ਕੇ ਵੀ ਇਹਨਾਂ ਨੂੰ ਦੱਸਿਆ ਵੀ ਇੱਦਾਂ ਸਖੋਵਾਲ ਪਿੰਡ ਦੀ ਟਰਾਲੀ ਆ, ਉੱਥੋਂ ਦਾ ਫੌਜੀ ਆ। ਚਲੋ ਇਹਨਾਂ ਪਰਿਵਾਰ ਨੇ ਕੁਛ ਸਮਾਂ ਪਾ ਕੇ ਉਹਦੀ ਮਾਤਾ ਨੇ ਭਾਲ ਕੀਤੀ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੱਭ ਲਿਆ। ਫਿਰ ਉਹਨੂੰ ਪੀਤਾ, ਫਿਰ ਨਾ ਮੰਨਿਆ। ਫਿਰ ਮੀਡੀਆ ਵਾਲੇ ਘਰ ਗਏ ਉਹਨਾਂ ਦੇ, ਉਹਨਾਂ ਨੇ ਪਹੁੰਚ ਪਾਈ ਤੇ ਇਹਨਾਂ ਨੂੰ ਫਿਰ ਉਹਨਾਂ ਫੋਨ ਕੀਤਾ ਵੀ ਇੱਥੇ ਹੀ ਆ ਬੰਦਾ। ਇਹ ਬਲਾਕ ਪ੍ਰਧਾਨ ਨੇ ਉੱਥੋਂ ਕਿਸਾਨ ਜਥੇਬੰਦੀ, ਜਿਹੜੀ ਜਥੇਬੰਦੀ ਦਾ ਨਾਂ ਲੈਂਦੇ ਗੁਰਦਿਆਲ ਸਿੰਘ ਜੀ? ਸਾਨੂੰ ਨਹੀਂ ਪਤਾ, ਉਹ ਇਲਾਕੇ ਦਾ ਸਾਨੂੰ ਨਹੀਂ ਪਤਾ ਵੀ ਪ੍ਰਧਾਨ ਕੌਣ। ਅਸੀਂ ਤੇ ਆਪਣੇ ਇਲਾਕੇ 'ਚੋਂ ਗਏ ਅੰਮ੍ਰਿਤਸਰ ਵੱਲੋਂ। ਉਹ ਗੁਰਦਾਸਪੁਰ ਜ਼ਿਲ੍ਹਾ ਪੈਂਦਾ, ਸਾਡਾ ਅੰਮ੍ਰਿਤਸਰ ਪੈਂਦਾ। ਅਸੀਂ ਤਾਂ ਆਪਣੀ ਜੂਨੀਅਰ ਨਾਲ ਇੱਧਰੋਂ ਗਏ ਹਾਂ। ਤਾਂ ਕੋਸ਼ਿਸ਼ ਇੱਕ ਵਾਰੀ ਮੈਂ ਫੇਰ ਕਰਦਾ ਗੁਰਦਿਆਲ ਸਿੰਘ ਹੋਰਾਂ ਨਾਲ ਗੱਲਬਾਤ ਕਰਨ ਦੀ, ਤਾਂ ਜੋ ਨੰਬਰ ਸਾਨੂੰ ਸੁਰਜੀਤ ਸਿੰਘ ਫੂਲ ਹੋਰਾਂ ਦਾ ਨੰਬਰ ਮਿਲ ਸਕੇ। ਕੋਸ਼ਿਸ਼ ਆਪਾਂ ਹੋਰ ਵੀ ਕਰ ਲੈਂਦੇ ਹਾਂ ਵੀ ਜੇਕਰ, ਕਿਉਂਕਿ ਲਗਾਤਾਰ ਪਰਿਵਾਰ ਦਾ ਦੁੱਖ ਵੱਧ ਰਿਹਾ, ਕਿਉਂਕਿ ਆਪਣਾ ਜੀ ਜਦੋਂ ਤੁਹਾਨੂੰ ਪਿਛਲੇ 2 ਮਹੀਨੇ ਤੋਂ ਨਾ ਮਿਲੇ ਤਾਂ ਚਿੰਤਾਵਾਂ ਵੱਧਦੀਆਂ ਨੇ। ਵੱਡੀ ਪਰੇਸ਼ਾਨੀ ਦੀ ਗੱਲ ਇਹ ਹੈ ਵੀ ਆਰਥਿਕ ਤੌਰ ਦੇ ਉੱਤੇ। ਹੈਲੋ ਹਾਂਜੀ ਜੀ, ਗੁਰਦਿਆਲ ਸਿੰਘ ਜੀ। ਹਾਂਜੀ ਜੀ, ਹਾਂਜੀ ਗੁਰਦਿਆਲ ਸਿੰਘ ਜੀ, ਮਿਲਿਆ ਨੰਬਰ ਜੀ? ਬਿਲਕੁਲ ਸਰ, ਬਿਲਕੁਲ। ਮੈਨੂੰ ਲਿਖਾ ਦਿਓ ਇੱਕ ਵਾਰੀ ਨੰਬਰ ਤੁਸੀਂ ਜੀ। ਹਾਂਜੀ ਜੀ
ਹੈਲੋ ਨੋਟ ਕਰ ਰਹੇ ਹਾਂਜੀ 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 ਨੋਟ ਕਰ ਰਹੇ ਜੀ ਬੋਲੋ ਸਰ 8847 8847 6143 6143 74 74 88476 ਜੀ 14374 ਜੀ ਸਰ ਜੀ ਧੰਨਵਾਦ ਜੀ ਧੰਨਵਾਦ ਗੁਰਦਿਆਲ ਸਿੰਘ ਜੀ ਓਕੇ ਸਰ ਥੈਂਕ ਯੂ ਤਾਂ ਇਸ ਜਥੇਬੰਦੀ ਦੇ ਆਗੂ ਉਹਨਾਂ ਦਾ ਕੰਟੈਕਟ ਨੰਬਰ ਸੁਰਜੀਤ ਸਿੰਘ ਫੂਲ ਹੋਰਾਂ ਦਾ ਨੰਬਰ ਮਿਲਿਆ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਸ਼ਾਇਦ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੋਵੇ ਜਾਂ ਨਾ ਹੋਵੇ ਵੀ ਜਾਣ ਲੈਂਦੇ ਆ ਸੁਰਜੀਤ ਸਿੰਘ ਫੂਲ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਜਥੇਬੰਦੀ ਨੂੰ ਲੀਡ ਕਰ ਰਹੇ ਨੇ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਉਣਾ ਬੇਹੱਦ ਜ਼ਰੂਰੀ ਹੈ ਤਾਂ ਸੁਰਜੀਤ ਸਿੰਘ ਫੂਲ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸੁਰਜੀਤ ਸਿੰਘ ਫੂਲ ਜੀ ਗੱਲ ਕਰ ਰਹੇ ਹੋ ਜੀ ਹਾਂਜੀ ਸੁਰਜੀਤ ਸਿੰਘ ਜੀ ਮੈਂ ਸੁਖਵਿੰਦਰ ਗੱਲ ਕਰ ਰਿਹਾ ਜੀ ਹਮਦਰਦ ਟੀਵੀ ਤੋਂ ਲਾਈਵ ਤੇ ਹੋ ਤੁਸੀਂ ਇਸ ਟਾਈਮ ਹੈਲੋ ਹਾਂਜੀ ਕਿੱਥੋਂ ਸਮਝ ਨਹੀਂ ਆਈ ਕਿੱਥੋਂ ਗੱਲ ਕਰ ਰਹੇ ਹੋ ਫੂਲ ਸਾਹਿਬ ਸੁਖਵਿੰਦਰ ਬੋਲ ਰਿਹਾ ਮੈਂ ਹਮਦਰਦ ਟੀਵੀ ਤੋਂ ਜਲੰਧਰ ਤੋਂ ਪੱਤਰਕਾਰ ਤੁਸੀਂ ਇਸ ਟਾਈਮ ਨਾ ਲਾਈਵ ਦੇ ਉੱਤੇ ਹੋ ਇੱਕ ਫੂਲ ਸਾਹਿਬ ਮੈਂ ਨਾ ਇੱਕ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਜੇ ਤੁਹਾਡੇ ਧਿਆਨ ਦੇ ਵਿੱਚ ਅਜੇ ਤੱਕ ਨਹੀਂ ਹੈਗਾ ਤਾਂ ਇੱਕ ਮਹਿਤੇ ਦੇ ਕੋਲ ਪਿੰਡ ਪੈਂਦਾ ਚੁਗਾਵਾਂ ਅੱਛਾ ਜੀ ਉੱਥੋਂ ਦੇ ਇੱਕ ਕਿਸਾਨ ਨੇ ਜੀ ਸੁਰਿੰਦਰ ਸਿੰਘ ਜੋ ਦਿੱਲੀ ਧਰਨੇ ਦੇ ਵਿੱਚ ਗਏ ਸੀਗੇ ਔਰ ਉਹ ਉੱਥੇ ਰਹੇ ਸੀਗੇ ਤੁਹਾਡੇ ਹੀ ਜਥੇਬੰਦੀ ਦੇ ਇੱਕ ਆਗੂ ਨੇ ਸ਼ਾਇਦ ਜ਼ਿਲ੍ਹਾ ਪੱਧਰ ਦੇ ਆਗੂ ਨੇ ਜਾਂ ਬਲਾਕ ਪੱਧਰ ਦੇ ਆਗੂ ਨੇ ਗੁਰਦਿਆਲ ਸਿੰਘ ਫੌਜੀ ਮਨੇਸ਼ ਪਿੰਡ ਤੋਂ ਅੱਛਾ ਜੀ ਤੇ ਇਹ ਫੂਲ ਸਾਹਿਬ ਇਲਜ਼ਾਮ ਸੁਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਤੁਹਾਡੇ ਜਥੇਬੰਦੀ ਦੇ ਜਿਹੜੇ ਗੁਰਦਿਆਲ ਸਿੰਘ ਫੌਜੀ ਨੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਵੀ ਸੁਰਿੰਦਰ ਸਿੰਘ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਉਹਨਾਂ ਦੇ ਕੋਲੋਂ ਬੰਦੂਆ ਮਜ਼ਦੂਰੀ ਕਰਵਾਈ ਗਈ ਔਰ ਇਸ ਦੀ ਜਾਣਕਾਰੀ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਨਹੀਂ ਦਿੱਤੀ ਗਈ ਇਹ ਮਾਮਲਾ ਪਹਿਲਾਂ ਮੈਂ ਜਾਣਨਾ ਚਾਹੁੰਦਾ ਤੁਹਾਡੇ ਧਿਆਨ 'ਚ ਹੈਗਾ ਕਿ ਨਹੀਂ ਅਜੇ ਤੱਕ ਸਾਡੇ ਧਿਆਨ 'ਚ ਕੋਈ ਮਾਮਲਾ ਨਹੀਂ ਤੇ ਤੁਸੀਂ ਦੱਸਦੇ ਆ ਕਈ ਵਾਰੀ ਦੇਖੋ ਜੀ ਆਪਣਾ ਜਥੇਬੰਦੀਆਂ ਕ੍ਰਾਂਤੀਕਾਰੀਆਂ ਦੋ ਨੇ ਜੀ ਦੋਨੇ ਰਣਗੱਟ ਹੋ ਜਾਂਦੇ ਆ ਇੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ ਜਿਹਦਾ ਪ੍ਰਧਾਨ ਹੈ ਦਰਸ਼ਨ ਸਿੰਘ ਡਾਕਟਰ ਦਰਸ਼ਨਪਾਲ ਹੈ ਜੀ ਇਹ ਜਿਹੜਾ ਮੇਰੇ ਗੁਰਦਿਆਲ ਸਿੰਘ ਹੋਰਾਂ ਦਾ ਮੈਂ ਪੱਖ ਵੀ ਲਿਆ ਉਹਨਾਂ ਤੋਂ ਵੀ ਸਪਸ਼ਟੀਕਰਨ ਲਿਆ ਉਹਨਾਂ ਦਾ ਵੀ ਇਸ ਮਾਮਲੇ ਦੇ ਵਿੱਚ ਜ਼ਰੂਰੀ ਸੀਗਾ ਪੱਖ ਲੈਣਾ ਤਾਂ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਵੀ ਸਾਡੇ ਸੂਬਾ ਪ੍ਰਧਾਨ ਤੁਸੀਂ ਹੋ ਸੁਰਜੀਤ ਸਿੰਘ ਫੂਲ ਜੀ ਨੇ ਔਰ ਉਹਨਾਂ ਤੋਂ ਹੀ ਮੈਂ ਤੁਹਾਡਾ ਨੰਬਰ ਲਿਆ ਕਿ ਉਹਨਾਂ ਜ਼ਿਲ੍ਹੇ ਕਿਹੜੇ ਦਾ ਬੰਦਾ ਉਹ ਜਿਹੜਾ ਕਹਿੰਦਾ ਕਿ ਮੈਂ ਸੱਬੀਰ ਫੌਜ ਦਾ ਬੰਦਾ ਕਿਹੜੇ ਜ਼ਿਲ੍ਹੇ ਇਹ ਜੀ ਗੁਰਦਾਸਪੁਰ ਤੋਂ ਨੇ ਮਨੇਸ਼ ਪਿੰਡ ਤੋਂ ਜਿਹੜੇ ਗੁਰਦਿਆਲ ਸਿੰਘ ਫੌਜੀ ਨੇ ਜਿਹੜੇ ਦੱਸਦੇ ਨੇ ਤੁਹਾਡੇ ਜਥੇਬੰਦੀ ਦੇ ਔਰ ਤੁਹਾਨੂੰ ਹੀ ਆਪਣਾ ਸੂਬਾ ਪ੍ਰਧਾਨ ਦੱਸ ਰਹੇ ਨੇ ਔਰ ਤੁਹਾਡਾ ਹੀ ਨੰਬਰ ਦਿੱਤਾ ਉਹਨਾਂ ਨੇ ਜਿਹੜਾ ਬੰਦਾ ਲਾਪਤਾ ਹੈ ਜਿਹੜਾ ਕਿਸਾਨ ਲਾਪਤਾ ਉਹ ਹੈਗਾ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਹਿਤੇ ਦੇ ਕੋਲ ਪਿੰਡ ਪੈਂਦਾ ਚੁਗਾਵਾਂ ਅੱਛਾ ਜੀ ਜੀ ਤੁਸੀਂ ਦੇਖੋ ਜੀ ਅਸੀਂ ਇਨਕੁਆਇਰੀ ਕਰ ਲਾਂਗੇ ਕਈ ਵਾਰੀ ਨਾ ਬੰਦਾ ਨਾ ਵਰਤ ਲੈਂਦਾ ਹੁੰਦਾ ਤੁਸੀਂ ਸਾਨੂੰ ਜੀ ਉਹਦਾ ਜਿਹੜਾ ਗੁਰਦਿਆਲ ਸਿੰਘ ਹੈਗਾ ਉਹਦਾ ਸਾਨੂੰ ਨੰਬਰ ਜ਼ਰੂਰ ਭੇਜ ਦਿਓ ਜੀ ਤੇ ਉਹਦਾ ਪਿੰਡ ਕਿਹੜਾ ਹੈਗਾ ਦੋ ਚੀਜ਼ਾਂ ਭੇਜ ਦਿਓ ਮੈਂ ਫੂਲ ਸਾਹਿਬ ਤੁਹਾਨੂੰ ਸਾਰੀ ਜਾਣਕਾਰੀ ਗੁਰਦਿਆਲ ਸਿੰਘ ਹੋਣਾ ਦੀ ਵੀ ਭੇਜ ਦਿੰਦਾ ਹੈ ਇੱਧਰਲੇ ਪਰਿਵਾਰ ਦੀ ਵੀ ਤੁਹਾਨੂੰ ਜ਼ਰੂਰ ਭੇਜਦਾ ਹੈ ਔਰ ਬੇਨਤੀ ਹੈ ਮੇਰੀ ਅਪੀਲ ਹੈ ਜੀ ਪਿਛਲੇ 2 ਮਹੀਨਿਆਂ ਤੋਂ ਇਹ ਬਹੁਤ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਪਰਿਵਾਰ ਹੈ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਹੈ ਕੋਲ ਉਸ ਦੇ ਬਾਵਜੂਦ ਦਿੱਲੀ ਧਰਨੇ ਦੇ ਵਿੱਚ ਗਏ ਨੇ ਚਲੋ ਸਾਰਿਆਂ ਦੇ ਹੱਕਾਂ ਦੀ ਇਹ ਜੰਗ ਚੱਲ ਰਹੀ ਹੈ ਤਾਂ ਥੋੜ੍ਹਾ ਜਿਹਾ ਇਨੀਸ਼ੀਏਟਿਵ ਲਿਓ ਇਸ ਮਾਮਲੇ ਦੇ ਵਿੱਚ ਗੰਭੀਰਤਾ ਨਾਲ ਲਿਓ ਔਰ ਤਹਿ ਤੱਕ ਜਾਇਓ ਇਨਕੁਆਇਰੀ ਕਰਿਓ ਉਸ ਬੰਦੇ ਨੂੰ ਲੱਭਣ ਦੇ ਵਿੱਚ ਪਰਿਵਾਰ ਨੂੰ ਮਿਲਾਉਣ ਤੱਕ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਕੋਸ਼ਿਸ਼ ਕਰੋਗੇ ਦੇਖੋ ਜੀ ਅਸੀਂ ਜਿਹੜਾ ਕੋਈ ਛੋਟਾ ਗਰੀਬ ਕਿਸਾਨ ਹੈ ਪੀੜਤ ਹੈ ਅਸੀਂ ਤਾਂ ਉਹਦੇ ਨੁਮਾਇੰਦੇ ਆ ਜੀ ਜੀ ਜੇ ਕਿਸੇ ਦਾ ਬੰਦੂਆ ਮਜ਼ਦੂਰੀ ਕਰਾਉਂਦਾ ਜੀ ਜੇ ਕੋਈ ਬੰਦਾ ਜੀ ਤਾਂ ਅਸੀਂ ਕੋਈ ਉਸ ਬੰਦੇ ਨੂੰ ਪੱਖਦੇ ਨਹੀਂ ਜੇ ਸਾਨੂੰ ਪਤਾ ਲੱਗ ਗਿਆ ਜੇ ਸਾਡੇ ਹੋਇਆ ਵੀ ਪਹਿਲੀ ਗੱਲ ਤਾਂ ਅਸੀਂ ਪਤਾ ਨਹੀਂ ਸਾਡੇ ਉੱਤੇ ਤਾਂ ਹੋਇਆ ਤਾਂ ਪਹਿਲੇ ਨੰਬਰ ਤੇ ਤਾਂ ਅਸੀਂ ਉਹਨੂੰ ਕਰਾਂਗੇ ਖਾਰਜ ਜੀ ਉਹਨੂੰ ਪਤਾ ਲੱਗੂ ਆੜ ਜਿਹੜਾ ਪੀੜਤ ਪਰਿਵਾਰ ਨੂੰ ਉਹਦੇ ਨਾਲ ਖੜਾਂਗੇ ਤੇ ਮੇਰੇ ਵੱਲੋਂ ਤੁਸੀਂ ਜੀ ਕਹਿ ਦਿਓ ਪੀੜਤ ਪਰਿਵਾਰ ਨੂੰ ਜੀ ਜੀ ਕਰਨਾ ਨੂੰ ਜੀ ਹੋ ਜੀ ਪਰ ਵੀ ਪਤਾ ਨਹੀਂ ਹੋਣਾ ਅਸੀਂ ਪਰਿਵਾਰ ਨਾਲ ਖੜਾਂਗੇ ਜੇ ਕਿਸੇ ਪਰਿਵਾਰ ਨਾਲ ਬੇਇਨਸਾਫੀ ਹੋ ਰਹੀ ਹੈ ਉਹਨਾਂ ਦਾ ਕੋਈ ਮੈਂਬਰ ਨੂੰ ਉਹਦੇ ਵੱਲੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ ਜੀ ਤੇ ਅਸੀਂ ਪਰਿਵਾਰ ਨਾਲ ਵੀ ਸਾਡੀ ਗੱਲ ਕਰਾਂਗੇ ਅਸੀਂ ਪਰਿਵਾਰ ਨਾਲ ਖੜਾਂਗੇ ਜੀ ਉਹ ਬੰਦਾ ਸਾਡਾ ਕੋਈ ਅਹੁਦੇਦਾਰ ਹੈ ਜਾਂ ਇਹ ਸਾਡਾ ਨਾਮ ਵਰਤਦਾ ਤਾਂ ਅਸੀਂ ਪਛਾਣ ਕਰ ਲਾਂਗੇ ਉਹਦੀ ਜੀ ਬਿਲਕੁਲ ਸਾਨੂੰ ਦੋਹਾਂ ਗੁਰਦਿਆਲ ਸਿੰਘ ਦਾ ਵੇਰਵਾ ਵੀ ਤੇ
ਤੇ ਦੂਜੇ ਦਾ ਪਰਿਵਾਰ ਦਾ, ਦੋਨਾਂ ਦਾ ਸਾਨੂੰ ਮੇਰੇ WhatsApp ਤੇ ਭੇਜ ਦਿਓ। ਜੀ, ਜ਼ਰੂਰ। ਮੇਰਾ ਇਸੇ ਨੰਬਰ ਤੇ WhatsApp ਜੀ ਚੱਲਦਾ ਜੀ 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 ਫੂਲ ਸਾਹਿਬ, ਮੈਂ ਇਹੀ ਆਪਣੀ ਅਪੀਲ ਹੈ ਔਰ ਕੋਸ਼ਿਸ਼ ਇਹੀ ਹੈ ਵੀ ਇਸ ਪਰਿਵਾਰ ਨੂੰ ਇਨਸਾਫ ਮਿਲੇ। ਜੇਕਰ ਗੁਰਦਿਆਲ ਸਿੰਘ ਜੇ ਉਹ ਸੱਚੇ ਨੇ ਤਾਂ ਉਹਨਾਂ ਨੂੰ ਇਨਸਾਫ ਮਿਲੇ, ਕਿਉਂਕਿ ਉਹਨਾਂ ਦੇ ਉੱਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ। ਤਾਂ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਔਰ ਆਸ ਕਰਦੇ ਹਾਂ ਵੀ ਤੁਸੀਂ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਓਗੇ, ਇਨਕੁਆਇਰੀ ਕਰੋਗੇ। ਹਾਂਜੀ ਹਾਂਜੀ, ਅਸੀਂ ਇਨਕੁਆਇਰੀ ਕਰਕੇ ਸਾਨੂੰ ਸਾਰੀ ਰਿਪੋਰਟ ਦੇਵਾਂਗੇ, ਤੁਹਾਨੂੰ ਦੇਵਾਂਗੇ ਜੀ ਰਿਪੋਰਟ। ਗੱਲਬਾਤ ਕਰਨ ਲਈ ਫੂਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਜਿਨ੍ਹਾਂ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲਈ ਗਈ ਹੈ ਵੀ ਤੁਰੰਤ ਇਸ ਪੂਰੇ ਮਾਮਲੇ ਦੀ ਇਨਕੁਆਇਰੀ ਆਪਣੇ ਪੱਧਰ ਦੇ ਉੱਤੇ ਕਰਾਂਗੇ। ਮਾਮਲਾ ਧਿਆਨ ਦੇ ਵਿੱਚ ਨਹੀਂ ਹੈ। ਜਿਸ ਗੁਰਦਿਆਲ ਸਿੰਘ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੇ ਵੱਲੋਂ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਸੀਗਾ, ਇਹਨਾਂ ਦੀ ਜਥੇਬੰਦੀ ਦਾ ਹੀ ਇੱਕ ਹਿੱਸਾ ਦੱਸਿਆ ਸੀ ਆਪਣੇ ਆਪ ਨੂੰ। ਤਾਂ ਕਹਿੰਦੇ ਨੇ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਪੂਰੇ ਮਾਮਲੇ ਦੀ ਇੱਕ ਅੱਧੇ ਦਿਨ ਦੇ ਵਿੱਚ ਪੜਤਾਲ ਕਰਕੇ ਜੋ ਵੀ ਸੱਚ ਹੈ ਸਾਹਮਣੇ ਲਿਆਵਾਂਗੇ, ਔਰ ਜੇਕਰ ਵਾਕਈ ਗੁਰਦਿਆਲ ਸਿੰਘ ਦੇ ਉੱਤੇ ਇਹ ਗੰਭੀਰ ਇਲਜ਼ਾਮ ਸਾਬਤ ਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਜਥੇਬੰਦੀ ਤੋਂ ਖਾਰਜ ਕਰਾਂਗੇ। ਪਰ ਗੁਰਦਿਆਲ ਸਿੰਘ ਹੋਰਾਂ ਦਾ ਪੱਖ ਵੀ ਸੁਣਿਆ ਤਾਂ ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਹੱਕ ਹੈ, ਇਸੇ ਕਰਕੇ ਉਹਨਾਂ ਦਾ ਪੱਖ ਵੀ ਲਿਆ। ਫਿਲਹਾਲ ਸਾਡੀ ਵੀ ਅਪੀਲ ਇਹੀ ਹੈ ਵੀ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਲੀਗਲ ਪੈਨਲ ਵੀ ਮਦਦ ਕਰਨਾ ਚਾਹੁੰਦਾ ਤਾਂ ਇਸ ਪਰਿਵਾਰ ਦੇ ਨਾਲ ਜ਼ਰੂਰ ਸੰਪਰਕ ਕਰੋ ਔਰ ਕੋਸ਼ਿਸ਼ ਕਰੋ ਵੀ ਸੁਰਿੰਦਰ ਸਿੰਘ ਜੋ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਹੈ ਉਹ ਜਲਦ ਤੋਂ ਜਲਦ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਚੁਗਾਵਾਂ।